ਉਪਦੇਸ਼ ਸ੍ਰੀ ਮੁਖਵਾਕ ਦੇ ਵਿੱਚ ਗੁਰੂ ਮਹਾਰਾਜ ਨੇ ਬਾਣੀਆਂ, 3 ਬਾਣੀਆਂ ਦੇ ਆਪਾਂ ਕਥਾ ਹੁਣ ਤੱਕ ਸ਼ਰਵਣ ਕਰ ਚੁੱਕੇ ਹਾਂ। ਚੌਥੀ ਬਾਣੀ ਜੋ ਹਰ ਰੋਜ਼ ਆਪਣੇ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ। ਪਹਿਲੀ ਬਾਣੀ ਜਪਜੀ ਸਾਹਿਬ ਜੋ ਬ੍ਰਹਮ ਗਿਆਨ ਦੀ ਦਾਤ ਵਾਸਤੇ। ਦੂਸਰੀ ਬਾਣੀ ਵਿੱਚ ਪਰਮੇਸ਼ਰ ਨੂੰ ਨਮਸਕਾਰਾਂ ਕੀਤੀਆਂ ਨੇ, ਤਟਸਥੀ ਲੱਖਣ ਨੇ, ਜਾਪ ਸਾਹਿਬ ਹੈ। ਤੀਸਰੀ ਬਾਣੀ ਹੈ ਸਵਈਏ, ਬੈਰਾਗ ਦਾ ਉਪਦੇਸ਼ ਦਿੰਦੇ ਨੇ। ਚੌਥੀ ਬਾਣੀ ਹੈ ਰੱਖਿਆ ਵਾਸਤੇ, ਚੌਪਈ ਸਾਹਿਬ। ਮਹਾਰਾਜ ਕਿਰਪਾ ਕਰ ਰਹੇ ਨੇ 10ਵੇਂ ਪਾਤਸ਼ਾਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ 10ਵੀਂ। ਪਹਿਲਾਂ ਇਹ ਬਚਨ ਆਉਂਦਾ ਹੈ 10ਵੇਂ ਗ੍ਰੰਥ ਦੇ 1386 ਅੰਗ ਦੇ ਉੱਤੇ ਚੌਪਈ ਸਾਹਿਬ ਦਾ ਪਾਠ। ਕਦੋਂ ਲਿਖਿਆ? 405 ਚਰਿੱਤਰ ਲਿਖ ਕੇ ਅਖੀਰ ਤੇ ਜਾ ਕੇ ਚੌਪਈ ਸਾਹਿਬ ਦਾ ਪਾਠ ਆਉਂਦਾ ਹੈ। ਫਿਰ ਸ਼ੁਰੂ ਇੱਥੋਂ ਹੁੰਦਾ ਕਿ ਬਹੁਰ ਅਸਰ ਕਾ ਕਾਟਸ ਮਾਥਾ। ਇੱਥੋਂ ਇਹ ਪੌੜੀਆਂ ਪ੍ਰਾਰੰਭ ਹੁੰਦੀਆਂ ਨੇ। ਪਰ ਜਿੱਥੋਂ ਆਪ ਜੀ ਨੇ ਇਹ ਬਚਨ ਲਿਖੇ ਨੇ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ 10ਵੀਂ, ਚੌਪਈ, ਇੱਥੋਂ ਸ਼ੁਰੂ ਹੁੰਦਾ ਪੁਨ ਰਾਛਸ ਕਾ ਕਾਟਾ ਸੀਸਾ, ਸ੍ਰੀ ਸਕੇਤ ਜਗਤ ਕੇ ਈਸਾ। ਅੱਗੇ ਜਾ ਕੇ ਫਿਰ ਬਚਨ ਕਰਨਗੇ ਕਬਿਓ ਬਾਚ ਬੇਨਤੀ ਚੌਪਈ। ਉੱਥੇ ਫਿਰ ਇਹੀ ਮੰਗਲ ਲਾਉਣਾ ਉੱਤੇ ਕਿ ਹਮਰੀ ਕਰੋ ਹਾਥ ਦਰ ਰੱਛਾ। ਉੱਥੋਂ ਪ੍ਰਾਰੰਭ ਕਰਦੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਪਈ ਸਾਹਿਬ ਜੋ ਬਾਣੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਸੋ ਊਨੇ ਤਹਿਸੀਲ ਦੇ ਇੱਕ ਪਿੰਡ ਹੈ, ਹੁਣ ਤਾਂ ਸਾਰੇ ਪਾਸੇ ਮਸ਼ਹੂਰ ਹੈ, ਬਿਧੌਰ ਸਾਹਿਬ। ਸਤਲੁਜ ਦਰਿਆ ਦੇ ਕਿਨਾਰੇ ਤੇ ਇਹ ਬਾਣੀ ਮਹਾਰਾਜ ਨੇ ਉਚਾਰਨਾ ਕੀਤੀ ਹੈ। ਕਿਉਂਕਿ ਕਲਗੀਧਰ ਮਹਾਰਾਜ ਬਿਧੌਰ ਦੇ ਰਾਜੇ ਦਾ ਪ੍ਰੇਮ ਵੇਖ ਕੇ ਇੱਥੇ ਕਈ ਮਹੀਨੇ ਬਿਰਾਜਮਾਨ ਹੋਏ ਸੀ। ਤੇ ਇਸ ਚੌਪਈ ਸਾਹਿਬ ਦਾ ਪਾਠ ਮਹਾਰਾਜ ਨੇ ਉੱਥੇ ਜਾ ਕਰਕੇ ਉਚਾਰਨ ਕੀਤਾ ਹੈ। 376 ਅੰਕ ਤੋਂ ਅੱਗੇ ਚੌਪਈ ਸਾਹਿਬ 1386 ਅੰਕ ਤੇ ਜਦੋਂ ਆਰੰਭ ਕੀਤੀ ਮਹਾਰਾਜ ਨੇ, ਜਦੋਂ ਮਹਾਕਾਲ ਨੇ ਸਵਾਸ ਬੀਰਜ ਰਾਖਸ਼ ਨੂੰ ਮਾਰ ਦਿੱਤਾ ਤੇ ਦੇਵਤਿਆਂ ਨੇ ਪ੍ਰਭੂ ਨੂੰ ਆ ਕੇ ਵਧਾਈ ਦਿੱਤੀ, ਉਹ ਸਾਰਾ ਪ੍ਰਸੰਗ ਇਸ ਵਿੱਚ ਵਰਣਨ ਕੀਤਾ। ਤਾਂ ਹੁਣ ਬਿਧੌਰ ਸਾਹਿਬ ਜੋ ਸਥਾਨ ਹੈ ਉੱਥੇ ਸਤਿਗੁਰੂ ਮਹਾਰਾਜ ਰਹੇ ਬਹੁਤ ਸਮਾਂ ਰਹਿ ਕੇ 13 ਕੁ ਮਹੀਨੇ ਦੇ ਕਰੀਬ ਵੀ ਕਈਆਂ ਦਾ ਖਿਆਲ ਹੈ। ਉੱਥੇ ਰਹਿ ਕੇ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ। ਆਮ ਮਹਾਂਪੁਰਸ਼ਾਂ ਤੋਂ ਇਹ ਵੀ ਬਚਨ ਸੁਣਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਤਲੁਜ ਦੇ ਇੱਧਰਲੇ ਪਾਸੇ ਬਿਧੌਰ ਸਾਹਿਬ ਵਾਲੇ ਗੁਰਦੁਆਰੇ ਸਥਾਨ ਤੇ ਸਜੇ ਹੋਏ ਸਨ। ਸਾਹਮਣੇ ਇੱਕ ਹਰਨੀ ਪਾਣੀ ਪੀਣ ਵਾਸਤੇ ਜਦੋਂ ਆਈ, ਜਦੋਂ ਉਹਨਾਂ ਨੇ ਮੂੰਹ ਪਾਇਆ, ਉਹਨੇ ਜੀਭ ਬਾਹਰ ਕੱਢੀ, ਇੱਕ ਮੱਛੀ ਨੇ ਉਹਦੀ ਜੀਭ ਪਕੜ ਲਈ। ਉਹਨੇ ਦਰਦ ਦੀ ਮਾਰੀ ਨੇ ਜ਼ੋਰ ਨਾਲ ਮੂੰਹ ਘੁੱਟਿਆ ਤਾਂ ਮੱਛੀ ਵਿੱਚੇ ਦਬ ਗਈ। ਮੱਛੀ ਨੂੰ ਖਾਣ ਵਾਸਤੇ ਉੱਤੋਂ ਇੱਕ ਇੱਲ ਨੇ ਬੜੇ ਜ਼ੋਰ ਦੀ ਡਾਈ ਮਾਰੀ ਥੱਲੇ ਨੂੰ। ਜਦੋਂ ਹਰਨੀ ਨੇ ਆਪਣੇ ਉਤਾਂਹ ਨੂੰ ਸਿੰਗ ਚੱਕੇ ਤਾਂ ਇੱਲ ਸਿੰਗਾਂ 'ਚ ਆ ਕੇ ਫਸ ਕੇ ਮਰ ਗਈ, ਪੇਟ ਵਿੱਚ ਸਿੰਗ ਵੜ ਗਏ। ਇੱਧਰੋਂ ਜਿਹੜਾ ਸ਼ਿਕਾਰੀ ਹਰਨੀ ਦੀ ਭਾਲ ਵਿੱਚ ਸੀ, ਉਸ ਨੇ ਆ ਕਰਕੇ ਜਦੋਂ ਤੀਰ ਚਲਾਇਆ, ਹਰਨੀ ਦੇ ਵੱਜਿਆ। ਹਰਨੀ ਦੇ ਪੇਟ ਵਿੱਚ ਬੱਚਾ ਸੀ, ਉਹਦੇ ਵੀ ਵੱਜਿਆ, ਉਹ ਵੀ ਸਮਾਪਤ ਹੋ ਗਏ। ਤਾਂ ਇੱਧਰੋਂ ਥੱਲਿਓਂ ਸੱਪ ਨਿਕਲ ਆਇਆ। ਉਹਨੇ ਸ਼ਿਕਾਰੀ ਦੇ ਜਦੋਂ ਜਾ ਕਰਕੇ ਡੰਗ ਮਾਰਿਆ ਤਾਂ ਉਹਦੇ ਹੱਥ ਵਿੱਚ ਜਿਹੜੀ ਤਲਵਾਰ ਫਿਰ ਪਕੜੀ ਹੋਈ ਸੀ, ਤੀਰ ਮਾਰ ਕੇ ਫਿਰ ਤਲਵਾਰ ਮਾਰਨਾ ਚਾਹੁੰਦਾ ਸੀ। ਤਲਵਾਰ ਹੱਥ 'ਚੋਂ ਡਿੱਗਣ ਤੇ ਸੱਪ ਦੇ ਗਲ ਤੇ ਵੱਜੀ, ਸੱਪ ਵੀ ਮਰ ਗਿਆ। ਇਹ ਇਕੱਠੀਆਂ ਮੌਤਾਂ ਦੇਖ ਕੇ ਕਾਲ ਚੱਕਰ ਨੂੰ ਦੇਖਦਿਆਂ ਹੋਇਆਂ ਇਹ ਬਚਨ ਵੀ ਕਹੇ ਸੀ ਮਹਾਰਾਜ ਨੇ। ਸੋ ਕਿ ਜੋ ਅਕਾਲ ਪੁਰਖ ਨੇ ਭਈ ਇਹ ਚੱਕਰ ਬਣਾਇਆ ਹੈ ਕਾਲ ਦਾ, ਪਰਮਾਤਮਾ ਦੇ ਹੁਕਮ ਦੇ ਮੁਤਾਬਕ ਹੈ। ਜਲ ਕਹਾਂ ਥਲ ਕਹਾਂ, ਗगन के गौन कहाँ, काल के बनाए सब काल ही चबाएंगे। ਇਹ ਬਚਨ ਮਹਾਰਾਜ ਨੇ ਉਸ ਸਥਾਨ ਦੇ ਉੱਤੇ ਉਚਾਰਨ ਕੀਤਾ ਔਰ ਨਾਲ ਅਕਾਲ ਪੁਰਖ ਤੋਂ ਆਪਣੀ ਰੱਖਿਆ ਵੀ ਮੰਗੀ। ਸੋ 405 ਜਿਹੜੇ ਚਰਿੱਤਰ ਲਿਖੇ ਨੇ ਉਹਨਾਂ ਦਾ ਮਤਲਬ ਸੀ ਖਾਲਸੇ ਨੂੰ ਸਾਵਧਾਨ ਕਰਨਾ। ਮੇਰਾ ਖਾਲਸਾ ਸਾਵਧਾਨ ਰਹੇ, ਸੰਸਾਰ ਦੇ ਵਿੱਚ ਇਸ ਨੇ ਵਿਚਰਨਾ ਹੈ। प्रारंभ करते हैं एक
जो परमेश्वर है, ओंकार जो सारिਆਂ ਦਾ ਪ੍ਰਕਾਸ਼ਕ है, श्री जो श्रोमणी है, श्री जो लक्ष्मी है, इसका जो पति है वो कौन है? वाहे। आश्चर्य गो अज्ञान का हनेरा मेट के रूह प्रकाश कर दिंदा है, ਉਹਦਾ नाम है वाहेगुरु। वाहेगुरु जी की फतेह। वाहेगुरु की सदा ही फतेह है, क्योंकि बाकी सारे हार सकते हैं, पर परमेश्वर बारे नहीं कदे सुनिया कि वह हारदा है। वो नहीं हारदा। वाहेगुरु की कदे हार नहीं, सदा जित है। पातशाही 10वीं। जिस तरह महल्ले लिखे ने, इस तरह महल्ले का अर्थ ही इत्थे लिख दिता है। आप बराबरता नहीं की, पहले पातशाह दूसरे पातशाह, सो महल्ला पहला महल्ला दूजा। उसे महाराज ने इत्थे लिख दिता है पातशाही 10वीं चौपई। चौपई का मतलब है 4 पौड़ियाँ। ये 4 पौड़ियाँ ते ही चौपई उचारण की महाराज ने। सो सारे नालों पहला जिवें वो जंग होया, सवास बीरज राक्षस नूं मारिया सी जदों, तां उदों दा वर्णन लिखण तो बाद अगे जाके फिर बेनतियां करनगे अकाल पुरख दे चरनां च। कौन राक्षस का काटा सीसा, श्री असकेत जगत के ईसा। श्री असकेत जगत के मालक ने फिर जदों सवास बीरज राक्षस का सिर कट दिता। भाई कान सिंह जी लिखते हैं महान कोश दे विच चौपई साहब बारे कि एक खास बाणी है जिस की रचना चौपई छंद विच होण तो यह संग्या पई दी। तो महाराज सच्चे पातशाह जी ने जो यह प्रसंग लिखिया वो कि सतयुग विच राजा सत्यसंध अते दीर्घ दाड़ दानव का युद्ध होया। फिर कहते ने दोहां दे घोर शस्त्र प्रहार तो जो अगन की लाट निकली, उस विचों दुल्ह देई नाम की स्त्री प्रगट हुई। दुल्ह देई नूं मन भाउंदा पति कोई ना मिले, इस पर उसने बड़ा कठिन तप करके दुर्गा देवी नूं प्रसन्न किया। देवी ने रीझ के उसनूं वर दिता कि तैनूं अकाल वरेगा, क्योंकि दुल्हा देई की इच्छा सी मैनूं अकाल वरे। रात नूं सुपने विच अकाल ने दुल्हा देई नूं आख्या कि जे तू सवास बीरज दानव नूं जंग विच मारेंगी तद मेरी अर्धांगनी हो सकेगी। इस पर दुल्हा देई ने सवास बीरज नाल घोर जंग किया। सो जदों चिर तक लड़ाई हुंदी गई, बहुत ज़्यादा थक गई, तदों सहायता लई महाकाल का ध्यान किया। दुल्हा देई की सहायता लई महाकाल ने मैदाने जंग विच आके भयंकर जंग किया। दुल्हा देई अते अकाल पुरख ने सवास वीर की सैना का नाश करके पुन राक्षस का काटा शीसा। सो इस अलंकार पूर्त कथा के अंत कव्यो बात बेनती चौपई सिरलेख हेठ एक बेनती महाराज ने अगे जाके फिर लिखी है, पुन राक्षस का काटा शीसा। तो महाराज सच्चे पातशाह ने की किया, उन्हां दा जदों सिर कट दिता। जो असकेत जगत के मालक ने, असकेत कौन हुंदा? जिहदे हत्थ विच श्री साहब पकड़ी हुई। ऐसे अकाल पुरख जिन्हां दे हत्थ विच श्री साहब पकड़ी हुई है, जो मालक ने संसार दे, जदों उन्होंने सिर कट दिता, पुन तो भाव फेर ओहपन बृष्ट गगन ते भई, तदों आकाश तो देवतियां वल्लों फुल्लां दी बहुत बरखा हुई। ओहपन फुल्लां दी बृष्ट गगन ते पई बरखा हुई। सब हिन आन बधाई दई, सारे देवतियां ने आके महाकाल जी नूं बधाई दिती। आपने बड़ी कृपा की, साडी जान बचा लई। धन धन लोगन के राजा, दुष्टन दाहा गरीब निवाजा। हुण गुरु जी परमेश्वर के सन्मुख अपने वालों बेनती करने कि हे लोकां दे राजे, प्रभु जी तुसी धन हो, धन हो। तुसी दुष्टां नूं साड़न विच भाव दंड देण वाले हो, गरीबां नताणियां नूं नवाजण वाले हो, वडियाइयां देण वाले हो। अखिल भवन के सिरजनहारे, दास जान मोहे लिहो बार। हे वाहिगुरु तुसी सारे लोकां दे अर्थात जगत की साजना करन वाले हो। अखिल तो भाव सारे, भवन जिन्ना जगत है, संसार है, 14 लोक ने, इन्हां दे आप सिरजनहारे हो। महाराज 10वें पातशाह कहते ने दास जान, कहते ने कि जिस तरह सवास बीरज राक्षस का नाश करके देवतियां नूं बचाया, इसे तरह मैनू भी सेवक समझ के इस संसार सागर तो बचा लो, ते मेरे भी दुष्ट दोखियां का आप नाश करो। ये निम्रता है महाराज दी।
ਅਸਲ ਵਿੱਚ ਇਹ ਬਣਾਇਆ ਹੈ ਪਾਠ ਖਾਲਸੇ ਵਾਸਤੇ ਕਿ ਖਾਲਸੇ ਨੇ ਉਹ ਬੇਨਤੀਆਂ ਕਰਤੀਆਂ। ਆਪ ਤਾਂ ਸਰਬ ਕਲਾ ਸਮਰੱਥ ਨੇ ਮਹਾਰਾਜ, ਪਰ ਸਾਨੂੰ ਵੀ ਤਾਂ ਸਿੱਖਿਆ ਦੇਣੀ ਹੈ ਨਾ। ਸਾਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਐਸੇ ਬਚਨ ਕੀਤੇ ਨੇ। ਹੁਣ ਅੱਗੇ 10ਵੇਂ ਪਾਤਸ਼ਾਹ ਮਹਾਕਾਲ ਦੇ ਅੱਗੇ ਬੇਨਤੀ ਰੂਪ ਚੌਪਈ ਕਥਨ ਕਰਦੇ ਨੇ। ਵੈਸੇ ਤਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਤੇ ਅੰਮ੍ਰਿਤ ਦੀਆਂ 5 ਬਾਣੀਆਂ ਵਿੱਚ ਚੌਪਈ ਸਾਹਿਬ ਦਾ ਪਾਠ ਇੱਥੇ ਕਬਿਓ ਬਾਤ ਬੇਨਤੀ ਤੋਂ ਸ਼ੁਰੂ ਹੁੰਦਾ, ਪਰ ਪਾਠਕਾਂ ਦੀ ਜਾਣਕਾਰੀ ਵਾਸਤੇ ਕਹਿੰਦੇ ਪੁੰਨ ਰਾਖਸ਼ ਕਾ ਕਾਟਾ ਸੀਸਾ ਦੀਆਂ ਇਹ ਜੋ ਚੌਪਈਆਂ ਨੇ ਆਰੰਭ ਕੀਤੀਆਂ ਪਹਿਲਾਂ, ਇਸ ਤੋਂ ਪਹਿਲਾਂ ਵੀ ਹੈ ਬਾਹਰ ਅਸਰ ਕਾ ਕਾਟ ਸਮਾਥਾ, ਇਸ ਤੋਂ ਪਹਿਲਾਂ ਵੀ ਚੌਪਈ ਆ। ਕਿਉਂਕਿ ਅਖੀਰਲੇ ਚਰਿੱਤਰ ਵਿੱਚ ਜਾ ਕੇ ਜਦੋਂ ਅਕਾਲ ਪੁਰਖ ਦਾ ਜੰਗ ਦੱਸਿਆ ਹੋਣਾ, ਉਹ ਫਿਰ ਸਾਰਾ ਪ੍ਰਸੰਗ ਲਿਖਿਆ। ਕਿਉਂਕਿ ਆਪਣੇ ਜ਼ਿਆਦਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਦੇ ਨੇ, ਸਾਰੇ ਪਾਠ ਕਰਦੇ ਨੇ, ਬਹੁਤੇ ਸੰਥਿਆ ਵੀ ਨਹੀਂ ਕਰਦੇ। ਆਦਿ ਸ੍ਰੀ ਦਸਮ ਗ੍ਰੰਥ ਦਾ ਪਾਠੀ ਬਹੁਤ ਹੀ ਔਖਾ ਮਿਲਦਾ ਹੈ। ਕੋਈ ਹੈ ਜੋ ਆਦਿ ਸ੍ਰੀ ਦਸਮ ਗ੍ਰੰਥ ਜਿਨ੍ਹਾਂ ਨੇ ਪੜ੍ਹਿਆ ਤਾਂ ਉਹਨਾਂ ਨੂੰ ਪਤਾ ਹੈ ਕਿ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਿੱਥੇ ਤੱਕ ਕੀ ਲਿਖਿਆ ਹੈ। ਜਦੋਂ ਤੱਕ ਨਹੀਂ ਜਾਣਕਾਰੀ ਉਦੋਂ ਤੱਕ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਉਲਝੇਵੇਂ ਵਿੱਚ ਵੀ ਪੈ ਸਕਦੇ। ਹੁਣ ਅੱਗੇ ਮਹਾਰਾਜ ਪ੍ਰਾਰੰਭ ਕਰਦੇ ਨੇ ਕਬਿਓ ਬਾਚ ਬੇਨਤੀ ਚੌਪਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਆਪ ਨੂੰ ਕਵੀ ਵਰਣਨ ਕਰਦੇ ਨੇ ਤੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਨੇ। ਇਹ ਨਿਮਰਤਾ ਹੈ ਉਹਨਾਂ ਦੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਈ ਥਾਂ ਲਿਖਿਆ ਹੁਣ ਢਾਡੀ ਬੇਕਾਰ ਕਾਰੈ ਲਾਇਆ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਕਿਤੇ ਸ਼ਾਇਰ ਲਿਖਿਆ ਹੈ, ਕਿਤੇ ਕਵੀ ਲਿਖਿਆ ਹੈ, ਕਿਤੇ ਢਾਡੀ ਲਿਖਿਆ ਹੈ, ਕਿਤੇ ਕੁਛ ਲਿਖਿਆ। ਆਪ ਮਹਾਰਾਜ ਦੀ ਨਿਮਰਤਾ ਹੈ ਗੁਰੂ ਨਾਨਕ ਸਾਹਿਬ ਦੀ। ਫਿਰ ਇਹ ਵੀ ਲਿਖਿਆ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਇਹ ਨਿਮਰਤਾ ਦੇ ਬਚਨ ਨੇ। ਅਮਰੀ ਕਰੋ ਹਾਥ ਦੈ ਰੱਛਾ। ਇਹ ਮਹਾਕਾਲ ਹੈ ਪ੍ਰਮਾਤਮਾ ਜੀ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਜੀ। ਹਮਰੀ ਸਾਡੀ ਸਾਰਿਆਂ ਦੀ ਰੱਖਿਆ ਕਰੋ ਜੀ। ਖਾਲਸੇ ਪੰਥ ਦੀ ਰੱਖਿਆ ਕਰੋ, ਸਹਾਇਤਾ ਕਰੋ। ਪੂਰਨ ਹੋਏ ਚਿੱਤ ਕੀ ਇੱਛਾ, ਤਾਂ ਕਿ ਮੇਰੇ ਜਿਹੜੀ ਚਿੱਤ ਦੀ ਇੱਛਾ ਹੈ ਉਹ ਪੂਰਨ ਹੋ ਸਕੇ। ਸਾਡੀ ਕਿਰਪਾ ਰੂਪੀ ਹੱਥ ਦੇ ਕੇ ਆਪ ਰੱਖਿਆ ਕਰੋ। ਮੇਰੇ ਚਿੱਤ ਦੀ ਜਿਹੜੀ ਇੱਛਾ ਹੈ ਉਹ ਪੂਰੀ ਹੋ ਸਕੇ। ਤਾਂ ਕਿਹੜੀ ਇੱਛਾ ਹੈ ਤੁਹਾਡੇ ਚਿੱਤ ਦੀ? ਤਬ ਚਰਨਨ ਮਨ ਰਹਾ ਹਮਾਰਾ। ਤੁਹਾਡੇ ਚਰਨਾਂ 'ਚ ਹੀ ਸਾਡਾ ਮਨ ਜੁੜਿਆ ਰਹੇ। ਇਹੀ ਇੱਛਾ ਕਰਦੇ ਹਾਂ, ਕਿਉਂਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਨੇ ਤਾਂ ਆਪ ਬਚਨ ਕੀਤੇ ਨੇ, ਸਾਡੀ ਸੁਰਤੀ ਤਾਂ ਉੱਥੇ ਜੁੜੀ ਹੋਈ ਸੀ। ਸਾਨੂੰ ਤਾਂ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਸੰਸਾਰ ਵਿੱਚ ਆਉਣਾ ਪਿਆ। ਇਸ ਕਰਕੇ ਤੁਹਾਡੇ ਚਰਨਾਂ 'ਚ ਸਾਡਾ ਮਨ ਜੁੜਿਆ ਰਹੇ। ਆਪਣਾ ਜਾਨ ਕਰੋ ਪ੍ਰਤਪਾਰਾ। ਆਪਣਾ ਦਾਸ ਜਾਣ ਕੇ, ਆਪਣਾ ਜਾਨ ਇਹ ਵਿਸ਼ੇਸ਼ ਅੱਖਰ ਹੈ। ਆਪਣਾ ਜਾਣ ਕੇ ਸਾਡੀ ਆਪ ਪਾਲਣਾ ਕਰੋ। ਇੱਕ ਤਾਂ ਹੁੰਦੇ ਨੇ ਬਗਾਨੇ ਜਾਣ ਕੇ ਪਾਲਣਾ ਕਰਨੀ। ਮਹਾਰਾਜ ਜੀ ਆਪਣੇ ਦਾਸ ਜਾਣ ਕੇ ਸਾਡੀ ਪਾਲਣਾ ਕਰੋ। ਅਸੀਂ ਤੁਹਾਡੇ ਬੱਚੇ ਹਾਂ। ਕਈ ਤਾਂ ਤੁਹਾਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਮੈਂ ਆਪਣੇ ਆਪ ਹੀ ਸਾਰਾ ਕੁਝ ਕਰ ਲੂੰਗਾ। ਉਹਨਾਂ ਨੂੰ ਤਾਂ ਸੁਤੇ ਸਿੱਧੀ ਰੋਜੀ ਮਿਲਦੀ ਹੈ ਜਿਹੜੀ ਪਰਾਲਬਧ ਲਿਖੀ ਹੋਈ ਹੈ। ਤੇ ਆਪਣੇ ਭਗਤਾਂ ਦੀ ਤੁਸੀਂ ਪੂਰਨ ਰੱਖਿਆ ਕਰਦੇ ਹੋ। ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਦੁਸ਼ਟ ਨੂੰ ਤੁਸੀਂ ਮਾਰਿਆ ਤੇ ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਦੀ ਪਾਲਣਾ ਕਰ ਲਈ। ਇਸੇ ਤਰ੍ਹਾਂ ਹੀ ਸਾਡੇ ਤੇ ਵੀ ਕਿਰਪਾ ਕਰੋ, ਜਿਹੜੇ ਅਸੀਂ ਆਪ ਜੀ ਦੇ ਪ੍ਰਹਿਲਾਦ ਵਰਗੇ ਹਾਂ। ਬੇਸ਼ੱਕ ਅਸੀਂ ਉਹੋ ਜਿਹੇ ਬਣਦੇ ਨਹੀਂ, ਸਾਡੇ ਵਿੱਚ ਉਹੋ ਜਿਹੇ ਸ਼ੁਭ ਗੁਣ ਨਹੀਂ ਹੈ, ਪਰ ਸਾਰੀ ਕਿਰਪਾ ਤਾਂ ਤੁਸੀਂ ਵੀ ਕਰਨੀ ਹੈ। ਸ਼ੁਭ ਗੁਣ ਵੀ ਦੇਣੇ ਨੇ, ਸਾਡੀ ਰੱਖਿਆ ਵੀ ਕਰਨੀ ਹੈ। ਹਮਰੀ ਕਰੋ ਹਾਥ ਦੇ ਰੱਛ। ਕਿੱਥੋਂ ਕੋਈ ਵੀ ਸੰਕਟ ਆ ਜੇ, ਕੋਈ ਦੁਸ਼ਮਣ ਆ ਜੇ, ਔਰ ਕਿਸੇ ਪ੍ਰਕਾਰ ਕਾਮ ਕਰੋ ਲੋਭ ਮੋਹ ਹੰਕਾਰ ਤੰਗ ਕਰਦੇ ਹੋਣ, ਤਾਂ ਵੀ ਹਮਰੀ ਕਰੋ ਹਾਥ ਦੇ ਰੱਛਾ। ਕਿਰਪਾ ਕਰਕੇ ਮਹਾਰਾਜ ਸਾਡੀ ਰੱਖਿਆ ਕਰੋ ਇਹਨਾਂ ਵਿਸ਼ਿਆਂ ਵਿਕਾਰਾਂ ਤੋਂ, ਇਹ ਸੰਸਾਰ ਦੇ ਧੰਦਿਆਂ ਤੋਂ। ਕਿਸੇ ਪਾਸੇ ਵੀ ਲਾਓ, ਕੋਈ ਚੀਜ਼ ਵੀ ਸੰਕਟ ਦਿੰਦੀ ਹੈ, ਕਿਸੇ ਪਾਸੇ ਦੀ ਵੀ ਰੱਖਿਆ ਲੈ ਲਓ। ਸਾਰੇ ਪਾਸੇ ਰੱਖਿਆ ਕਰਨਗੇ। ਕਲਯੁਗ ਤੋਂ ਰੱਖਿਆ ਕਰੋ, ਮਾਇਆ ਤੋਂ ਰੱਖਿਆ ਕਰੋ, ਵਿਸ਼ਿਆਂ ਤੋਂ ਰੱਖਿਆ ਕਰੋ। ਫਿਰ ਆ ਨੀਂਦ ਆਲਸ ਦਲਿੱਦਰ ਪਿਆ ਹੋਇਆ, ਇਹ ਤੋਂ ਰੱਖਿਆ ਸਾਡੀ ਮਹਾਰਾਜ ਆਪ ਹੀ ਕਰੋ। ਹਮਰੇ ਦੁਸ਼ਟ ਸਭੈ ਤੁਮ ਕਾਬਹੋ। हे ਅਕਾਲ ਪੁਰਖ, ਮੇਰੇ ਸਾਰੇ ਜਿੰਨੇ ਦੁਸ਼ਟ ਨੇ ਉਹਨਾਂ ਸਾਰਿਆਂ ਦਾ ਨਾਸ਼ ਕਰ ਦਿਓ। ਕਾਮ ਕ੍ਰੋਧ ਵੀ ਸਾਡੇ ਦੁਸ਼ਮਣ ਨੇ, ਇਹਨਾਂ ਦੀ ਵੀ ਅਸੀਂ ਇਹੀ ਬੇਨਤੀ ਕਰਕੇ ਮੰਗਣੀ, ਮਹਾਰਾਜ ਇਹਨਾਂ ਦਾ ਵੀ ਨਾਸ਼ ਕਰੋ। ਆਪ ਹਾਥ ਦਾ ਮੋਹੇ ਬਚਾਵ। ਕਿਰਪਾ ਕਰੋ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਸਹਾਇਤਾ ਕਰੋ, ਮੈਨੂੰ ਇਹਨਾਂ ਦੁਸ਼ਟਾਂ ਤੋਂ ਬਚਾ ਲਓ। ਜੇ ਤਾਂ ਜੰਗ ਦਾ ਸਮਾਂ ਬਣ ਜਾਵੇ ਤਾਂ ਇਹ ਬੇਨਤੀਆਂ ਠੀਕ ਨੇ। ਜੇ ਘਰ ਬੈਠੇ ਪਾਠ ਕਰਨਾ ਤਾਂ ਫਿਰ ਕਾਮ ਕ੍ਰੋਧ ਆਦਿਕ ਦੁਸ਼ਮਣ ਨੇ ਸਾਡੇ,
ਪ੍ਰਤੱਖ ਵੀ ਜੇ ਕੋਈ ਦੁਸ਼ਮਣੀ ਕਰਦਾ ਹੈ ਜਾਂ ਕੋਈ ਖਰਾਬ ਕਰਨ ਲੱਗ ਜੇ ਤਾਂ ਫਿਰ 24 ਦੇ 25 ਕੁ ਪਾਠ ਪਰ ਆਰੰਭ ਕਰੋ, ਆਪੇ ਟਲ ਜਾਊਗਾ ਪਰੇ ਨੂੰ। ਤਾਂ ਮਹਾਰਾਜ ਫਿਰ ਉਹਦੇ ਉੱਤੇ ਬਖਸ਼ਿਸ਼ ਕਰ ਦਿੰਦੇ ਨੇ। ਸੁਖੀ ਬਸੈ ਮੋਰ ਪਰਿਵਾਰਾ, हे ਕਰਤਾਰ, हे ਪਰਮੇਸ਼ਰ ਜੀ, हे ਵਾਹਿਗੁਰੂ ਜੀ, ਕਿਰਪਾ ਕਰੋ, ਇਹ ਮੇਰਾ ਪਰਿਵਾਰ ਹੈ, ਇਹ ਸੁਖੀ ਬਸੇ। ਕਿਹੜਾ ਪਰਿਵਾਰ ਕਿਹਾ ਹੈ? ਸੇਵਕ ਸਿੱਖ ਸਭੈ ਕਰਤਾਰਾ, ਜਿੰਨੇ ਸਿੱਖ ਸੇਵਕ ਨੇ ਇਹ ਮੇਰਾ ਪਰਿਵਾਰ ਹੈ। ਸਿੱਖ ਸੰਗਤਾਂ ਮੇਰੀਆਂ, ਖਾਲਸਾ ਪੰਥ ਮੇਰਾ ਪਰਿਵਾਰ ਹੈ। ਇਹ ਸਾਰੇ ਜਾਣੇ ਹੀ ਸੁਖੀ ਵਸਦੇ ਰਹਿਣ। ਸਾਡੇ ਲਈ ਅਰਦਾਸਾਂ ਆਪ ਕੀਤੀਆਂ ਮਹਾਰਾਜ ਨੇ, ਦਸਵੇਂ ਪਾਤਸ਼ਾਹ ਨੇ, ਮੇਰਾ ਪੰਥ ਸੁਖੀ ਵਸੇ। ਜਿਵੇਂ ਬਚਨ ਕੀਤਾ ਹੈ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਮੈਂ ਭਾਵੇਂ ਉਜੜ ਜਾ, ਮੇਰੀ ਕੋਈ ਗੱਲ ਨਹੀਂ, ਪਰ ਮੇਰਾ ਪੰਥ ਵਸੇ, ਵਸਦਾ ਰਸਦਾ ਰਹੇ। ਇਹ ਬੇਨਤੀਆਂ ਅਕਾਲ ਪੁਰਖ ਦੇ ਚਰਨਾਂ 'ਚ ਪਹਿਲਾਂ ਹੀ ਕਰ ਦਿੱਤੀਆਂ ਨੇ। ਮੋਰ ਅੱਛਾ ਨਿਜ ਕਰਦਾ ਕਰੀਐ, ਨਿਜ ਕਰਦਾ ਆਪਣਾ ਹੱਥ ਦੇ ਕਰਕੇ ਮੇਰੀ ਰੱਖਿਆ ਕਰੋ। ਸਭ ਬੈਰਿਨ ਕਉ ਆਜ ਸੰਘਰੀਐ, ਮਹਾਰਾਜ ਜੀ ਕਿਰਪਾ ਕਰੋ, ਜਿੰਨੇ ਵੈਰੀ ਨੇ ਮੇਰੇ ਸਾਰੇ ਹੀ ਮਾਰ ਦਿਓ, ਸਮਾਪਤ ਕਰ ਦਿਓ ਉਹਨਾਂ ਨੂੰ, ਕੋਈ ਵੈਰੀ ਉੱਠ ਨਾ ਸਕੇ। ਸੱਸਾ ਉੱਤੇ ਟਿੱਪੀ, ਘੱਗਾ ਰਾਰੇ ਸਿਹਾਰੀ, ਯਈਏ ਨੂੰ ਦੁਲਾਵਾਂ ਆ ਗਈਆਂ। ਸੰਘਰੀਐ, ਹੁਣ ਸੰਘਰਿਆ ਨਹੀਂ ਕਹਿਣਾ ਇਹਨੂੰ, ਕਿਉਂਕਿ ਇਹ ਪਾਠ ਨੇ ਯਈਆ ਲੱਗਣ ਕਰਕੇ ਤਬਦੀਲ ਹੋਣਾ। ਕਰੀਆ ਤੇ ਸੰਘਰੀਆ, ਜਦੋਂ ਆਪਾਂ ਸੰਘਰਿਆ ਕਰਾਂਗੇ ਤਾਂ ਇੱਥੇ ਤਾਂ ਪਾਠ ਸੰਘਰਿਆ ਤਾਂ ਬਣਦਾ ਜੇ ਇੱਥੇ ਐੜੇ ਨੂੰ ਦਲਾਈਆਂ ਲੱਗੀਆਂ ਹੁੰਦੀਆਂ। ਇਸ ਕਰਕੇ ਕਿਉਂਕਿ ਯਈਆ ਹੈ, ਯਈਆ, ਇਸ ਕਰਕੇ ਬੋਲੋ ਰਾਰੇ ਸਿਹਾਰੀ ਤੇ ਯਈਏ ਦਲਾਵਾਂ ਰੀਆ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਮਹਾਰਾਜ ਜੀ ਕਿਰਪਾ ਕਰੋ, ਸਾਡੀ ਇੱਕ ਇੱਛਾ ਹੈ। ਕਿਹੜੀ ਇੱਛਾ ਹੈ? ਜਿਹੜੀ ਪੂਰੀ ਹੋਣ ਨੂੰ ਕਹਿੰਦੇ ਆ। ਤੋਰ ਭਜਨ ਕੀ ਰਹਿ ਪਿਆਸਾ, ਸਾਡੀ ਇੱਛਾ ਹੈ ਕਿ ਬਸ ਤੁਹਾਡੇ ਭਜਨ ਦੀ ਹੋਈ ਪਿਆਸ ਲੱਗੀ ਰਹੇ, ਇਹ ਪਿਆਸ ਨਾ ਜਾਵੇ ਮੇਰੀ। ਦਿਨ ਰਾਤ ਸਿਮਰਨ ਦੇ ਵਿੱਚ ਲੱਗੇ ਰਹੀਏ। ਅਥਵਾ ਕੋਈ ਵੀ ਸਾਡੀ ਆਸਾ ਹੈ, ਕੋਈ ਵੀ ਇੱਛਾ ਹੈ, ਉਹ ਵੀ ਪੂਰੀ ਕਰੋ, ਪਰ ਤੁਹਾਡੇ ਭਜਨ ਦੀ ਆਸਾ ਲੱਗੀ ਰਹੇ। ਇਹ ਲਾਲਚ ਹੋਂ ਗੁਣ ਤਾਉ ਉਚਰੋਂ, ਆਪ ਵੀ ਬੇਨਤੀਆਂ ਕਰਦੇ ਨੇ। ਤੁਮਹੈ ਛਾੜ ਕੋਈ ਅਵਰ ਨਾ ਧਿਆਉ, हे ਅਕਾਲ ਪੁਰਖ ਮਹਾਰਾਜ ਜੀ, ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਨੂੰ ਵੀ ਧਿਆਵਾਂ ਨਾ। ਮੈਨੂੰ ਇਹ ਵੀ ਬਲ ਬਖਸ਼ੋ ਕਿ ਤੁਹਾਨੂੰ ਛੱਡ ਕੇ ਐਵੇਂ ਇੱਧਰ ਉੱਧਰ ਭਟਕਦਾ ਨਾ ਫਿਰਾਂ। ਅਖੀਰ ਤੇ ਜਾ ਕੇ ਇਹੀ ਬਚਨ ਕਹਿਣਗੇ, ਜੋ ਵਰ ਚਾਹਉ ਸੋ ਤੁਮ ਤੇ ਪਾਉ, ਜਿਹੜਾ ਵੀ ਮੈਨੂੰ ਵਰ ਦੀ ਲੋੜ ਹੋਵੇ, ਚਾਹਉ, ਹਾਹੇ ਦੇ ਉੱਤੇ ਕਨੌੜਾ ਲੱਗਿਆ ਹੋਵੇ, ਇਸ ਕਰਕੇ ਚਾਹਉ ਪਾਠ ਕਰੋ। ਜੋ ਵਰ ਚਾਹੂੰ ਨਹੀਂ ਕਰਨਾ, ਜਾਂ ਜੋ ਵਰ ਚਾਹੋ ਹੋ ਨਹੀਂ ਕਹਿਣਾ, ਹਾਓ। ਜੇ ਪਾਠ ਨਹੀਂ ਬੋਲਣਾ ਆਉਂਦਾ ਤਾਂ ਚੱਚੇ ਕੰਨਾਂ ਲਾ ਲਓ ਲਿਖ ਕੇ, ਹਾਹਾ ਊੜੇ ਨੂੰ ਔਂਕੜ, ਚਾਹੋਂ ਉੱਤੇ ਬਿੰਦੀ। ਜੋ ਵਰ ਚਾਹੋਂ ਸੋ ਤੁਮ ਤੇ ਪਾਉਂ, ਜਿਹੜਾ ਵੀ ਵਰ ਦੀ ਲੋੜ ਹੋਵੇ ਤੁਹਾਡੇ ਪਾਸੋਂ ਹੀ ਪ੍ਰਾਪਤ ਕਰਾਂ। ਜਿਵੇਂ 10ਵੇਂ ਪਾਤਸ਼ਾਹ ਦੇ ਪਾਸ ਸਿੱਖ ਚੱਲਿਆ, ਸਰਸਾ ਪਾਰ ਕਰਨ ਲੱਗੇ, 2 ਸੋਹਣੇ ਸੋਹਣੇ ਬੱਚੇ ਨੇ ਪਾਸ। ਇਸਤਰੀ ਨੇ ਕਿਹਾ ਸੀ ਇਹ ਮੇਰੇ ਲਾਲਾਂ ਵਾਲੇ ਨੇ ਮੈਨੂੰ ਦਿੱਤੇ ਨੇ, ਪੀਰ ਨੇ ਬੱਚੇ। ਸਿੱਖ ਕਹਿਣਾ ਨਹੀਂ, 10ਵੇਂ ਪਾਤਸ਼ਾਹ ਨੇ ਦਿੱਤੇ ਨੇ। ਫਿਰ ਭਗਾ ਕੇ ਮਾਰੇ, ਸਰਸਾ 'ਚ ਰੋਂਦੇ ਕਰਲਾਉਂਦੇ, ਉੱਥੇ ਸਿੱਖਣੀ ਨਾਲ ਆ ਗਈ, ਰੌਲਾ ਪਾ ਰਹੀ। ਉਸ ਵਕਤ ਮਹਾਰਾਜ ਨੇ ਪੁੱਛਿਆ, ਬੀਬੀ ਰੋ ਰਹੀ ਹੈ? ਕਹਿੰਦੇ ਮੇਰੇ ਬੱਚੇ ਮਾਰੇ ਭਗਾ ਕੇ, ਮੈਂ ਲਾਲਾਂ ਵਾਲੇ ਪੀਰ ਤੋਂ ਲਏ ਸੀ। ਮਹਾਰਾਜ ਕਹਿੰਦੇ ਕਿਉਂ ਵੀ ਸਿੱਖਾ ਬੱਚੇ ਭਗਾ ਕੇ ਮਾਰੇ? ਕਹਿੰਦੇ ਮਹਾਰਾਜ ਮੈਂ ਤਾਂ ਇੰਨਾ ਹੀ ਕਿਹਾ ਸੀ ਕਿ ਮੈਂ ਬੱਚੇ 10ਵੇਂ ਪਾਤਸ਼ਾਹ ਤੋਂ ਲਏ ਨੇ। ਜੋ ਵਰ ਚਾਹੋ ਸੋ ਤੁਮ ਤੇ ਪਾਉ, ਮਹਾਰਾਜ ਮੈਂ ਤਾਂ ਤੁਹਾਤੋਂ ਹੀ ਲੈਣੇ ਆ। ਮਹਾਰਾਜ ਦੇ ਉੱਤੇ ਚਿੱਟੇ ਰੰਗ ਦਾ ਚਾਦਰਾ ਲਿਆ ਹੋਇਆ ਸੀ, ਚਾਦਰਾ ਉਤਾਰ ਦਿੱਤਾ। ਦੋਵੇਂ ਬੱਚੇ ਚਾਦਰੇ ਵਿੱਚੋਂ ਕੱਢ ਕੇ ਪਕੜਾ ਦਿੱਤੇ। ਸਿੱਖ ਨੂੰ ਆ ਲੈ ਭਾਈ, ਜੇ ਤੇਰੀ ਇੱਛਾ ਮੈਥੋਂ ਲੈਣੇ ਮੇਰੇ ਪਾਸੋਂ ਲੈ ਲੈ। ਸੇਵਕ ਸਿੱਖ ਹਮਾਰੇ ਤਾਰੀ ਹੈ, ਇਹ ਵਾਹਿਗੁਰੂ ਮੇਰੇ ਸਾਰੇ ਸਿੱਖਾਂ ਸੇਵਕਾਂ ਨੂੰ ਤੁਸੀਂ ਤਾਰਨਾ। ਸਾਡੇ ਲਈ ਤਾਂ ਪਹਿਲਾਂ ਹੀ ਅਰਦਾਸਾਂ ਕਰਦੇ ਨੇ। ਅਸੀਂ ਜੇ ਸਹੀ ਅਰਥਾਂ 'ਚ ਸੇਵਕ ਸਿੱਖ ਬਣ ਜਾਈਏ, ਅੰਮ੍ਰਿਤ ਛਕ ਲਈਏ ਖੰਡੇ ਬਾਟੇ ਦਾ, ਫਿਰ ਤਾਂ ਜ਼ਰੂਰ ਤਾਰਨਗੇ, ਕਿਉਂਕਿ ਜਦੋਂ ਉਹਨਾਂ ਦਾ ਬਚਨ ਮੰਨਾਂਗੇ। ਚੁਣ ਚੁਣ ਸੱਤਰ ਹਮਾਰੇ ਮਾਰੀਆ ਹੈ, ਕਿਰਪਾ ਕਰੋ ਮਹਾਰਾਜ ਜੀ, ਜਿਹੜੇ ਇਹ ਦੁਸ਼ਮਣ ਨੇ ਇਹਨਾਂ ਨੂੰ ਚੁਣ ਚੁਣ ਕੇ ਸਮਾਪਤ ਕਰ ਦਿਓ। ਚੁਣ ਚੁਣ ਕੇ ਕੰਡਿਆਂ ਵਾਂਗੂ ਕੱਢ ਦਿਓ ਇਹਨਾਂ ਸਾਰਿਆਂ ਨੂੰ। ਜਿਤਨੇ ਵੀ ਦੁਸ਼ਟ ਨੇ ਇਹ ਸਾਰੇ ਸਮਾਪਤ ਹੋ ਜਾਣ। ਫਿਰ ਔਰੰਗੇ ਤੱਕ ਦੇਖੋ ਸਾਰੇ ਹੀ ਸਮਾਪਤ ਹੋਏ। ਚੁਣ ਚੁਣ ਕੇ ਪਰਮੇਸ਼ਰ ਨੇ ਸਾਰੇ ਹੀ ਸਮਾਪਤ ਕਰ ਦਿੱਤੇ। ਆਪ ਹਾਥ ਦੇ ਮੁਝੈ ਉਬਰੀਐ, ਆਪ ਕਿਰਪਾ ਕਰੋ, ਕਿਰਪਾ ਰੂਪੀ ਹੱਥ ਦੇ ਕੇ ਮੈਨੂੰ ਉਬਰੀਐ ਤੋਂ ਭਾਵ ਬਚਾ ਲਓ। ਇੱਥੇ ਵੀ ਉਬਰਿਆ ਨਹੀਂ ਕਹਿਣਾ, ਉਬਰੀਐ, ਬਚਾ ਲਓ ਮੈਨੂੰ ਹੱਥ ਦੇ ਕੇ। ਮਰਨ ਕਾਲ ਕਾ ਤਰਾਸ ਨਿਵਰੀਐ,
ਜਿਹੜਾ ਹਰ ਵਕਤ ਮੇਰੇ ਮਰਨ ਦਾ ਡਰ ਰਹਿੰਦਾ ਮਨ ਦੇ ਵਿੱਚ ਕਿ ਮਰਨ ਸਮੇਂ ਮੈਂ ਦੁਖੀ ਨਾ ਹੋਵਾਂ, ਮੈਨੂੰ ਇਉਂ ਨਾ ਹੋਵੇ, ਹੁਣ ਨਾ ਹੋ ਜਾਵੇ, ਇਹ ਮੌਤ ਦਾ ਡਰ, ਇਹ ਵੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਿਵਰਤ ਕਰ ਦਿਓ ਜੀ, ਦੂਰ ਕਰ ਦਿਓ। ਪੂਜੋ ਸਦਾ ਹਮਾਰੇ ਪੱਛਾ, ਇਹ ਵਾਹਿਗੁਰੂ ਜੀ ਕਿਰਪਾ ਕਰੋ, ਹਮੇਸ਼ਾ ਸਾਡੀ ਸਹਾਇਤਾ ਕਰੋ ਆਪ। ਪੱਛਾ ਤੋਂ ਭਾਵ ਹੁੰਦਾ ਪੱਖ ਲੈਣਾ ਕਿਸੇ ਦਾ। ਇਹ ਵਾਹਿਗੁਰੂ ਹੋ ਜਾਓ ਸਾਡੇ ਪੱਖ ਵਾਲੇ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਉਹੀ ਬਚਨ ਹੈ ਇਹ। ਸਾਡੀ ਕਿਰਪਾ ਕਰਕੇ ਆਪ ਸਾਡੇ ਪੱਖ ਵਿੱਚ ਹੋਵੋ ਆਪ। ਸਿਰੇ ਆਸਤੁਜ ਜੂ ਕਰੀਓ ਰੱਛਾ, ਆਸਤੁਜ ਤਲਵਾਰ ਦੀ ਧੁਜਾ ਵਾਲੇ, ਜਿੱਥੇ ਨਿਸ਼ਾਨ ਸਾਹਿਬ ਦੇ ਵਿੱਚ ਤਲਵਾਰ ਦੇ ਨਿਸ਼ਾਨ ਨੇ। ਆਸਤੁਜ ਜੂ ਤੋਂ ਮਤਲਬ ਜੀ, ਜੂ ਉਧਰਲੀ ਬੋਲੀ ਹੋਗੀ ਨਾ, ਅੱਗੇ ਚਲੇ ਜਾਓ ਗਵਾਲੀਅਰ, ਫਿਰ ਅੱਗੇ ਇੱਧਰ ਵੀ ਜੂ ਕਹਿੰਦੇ ਨੇ। ਪਟਨਾ ਸਾਹਿਬ ਰਹੇ ਨੇ ਮਹਾਰਾਜ ਬਿਹਾਰ ਦੇ ਵਿੱਚ, ਇਸ ਕਰਕੇ ਉਧਰ ਜੂ ਜ਼ਿਆਦਾ ਅੱਖਰ ਵਰਦੇ ਜੀ ਦੀ ਥਾਂ ਤੇ। ਹਰ ਜੂ ਰਾਖ ਲਿਓ ਪਤ ਮੇਰੀ, ਇਸ ਕਰਕੇ ਮਹਾਰਾਜ ਨੇ ਉਧਰਲੀ ਬੋਲੀ ਵੀ ਵਿੱਚ ਮਿਲਾਈ, ਸਾਰੇ ਥਾਵਾਂ ਦੀਆਂ ਬੋਲੀਆਂ ਵੀ ਵਿੱਚ ਰੱਖੀਆਂ ਨੇ। ਹਰ ਜੂ ਸ੍ਰੀ ਅਸਤੁਜ ਜੂ ਕਰਿਓ ਰੱਛਾ, हे ਪਰਮੇਸ਼ਰ ਜੀ ਆਪ ਕਿਰਪਾ ਕਰੋ, हे ਤਲਵਾਰ ਦੀ ਧੁਜਾ ਵਾਲੇ ਪ੍ਰਭੂ ਸਾਡੀ ਜ਼ਰੂਰ ਰੱਖਿਆ ਕਰੋ ਆਪ। ਰਾਖ ਲਿਓ ਮੋਹਿ ਰਾਖਨ ਹਾਰੇ, हे ਰੱਖਣ ਵਾਲੇ ਵਾਹਿਗੁਰੂ ਮੈਨੂੰ ਰੱਖ ਲਓ ਜੀ, ਕਿਰਪਾ ਕਰਕੇ ਮੈਨੂੰ ਬਚਾ ਲਓ। ਸਾਹਿਬ ਸੰਤ ਸਹਾਏ ਪਿਆਰੇ, हे ਪਿਆਰੇ ਸਾਹਿਬ ਤੂੰ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ, ਸੰਤਾਂ ਦਾ ਮਾਲਕ ਹੈ, ਪਿਆਰਿਆਂ ਦੀ ਸਹਾਇਤਾ ਕਰਨ ਵਾਲਾ ਹੈ। ਦੀਨ ਬੰਧ ਦੁਸ਼ਟਨ ਕੇ ਹੰਤਾ, हे ਦੀਨਾਂ ਦੁਖੀਆਂ ਦੇ ਸਹਾਇਕ ਵਾਹਿਗੁਰੂ ਤੂੰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਤੁਮਹੋ ਪੁਰੀ ਚਤੁਰਦਸ ਕੰਤਾ, ਤੁਮਹੋ ਪੁਰੀ ਚਤੁਰਦਸ, 4 ਤੇ 10 14 ਪੁਰੀਆਂ ਵਾਲਾ ਕੰਤਾ ਮਾਲਕ, ਤੁਸੀਂ 14 ਪੁਰੀਆਂ ਦੇ ਮਾਲਕ ਹੋ ਜੀ, ਸਾਰੀ ਸ੍ਰਿਸ਼ਟੀ ਦੇ ਆਪ ਮਾਲਕ ਹੋ ਜੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਬ੍ਰਹਮਾ ਨੇ ਸਰੀਰ ਧਾਰਿਆ। ਕਾਲ ਪਾਏ ਸਿਵਜੂ ਅਵਤਰਾ, ਤੇ ਅਕਾਲ ਪੁਰਖ ਦੀ ਆਗਿਆ ਨੂੰ ਪਾ ਕੇ ਸ਼ਿਵ ਜੀ ਹੋਇਆ, ਪਰਮਾਤਮਾ ਦੇ ਹੁਕਮ ਵਿੱਚ ਹੀ ਹੋਏ ਸਾਰੇ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਵਾਹਿਗੁਰੂ ਦੀ ਆਗਿਆ ਅਨੁਸਾਰ ਹੀ ਵਿਸ਼ਨੂੰ ਨੇ ਪ੍ਰਕਾਸ਼ ਲਿਆ, ਭਾਵ ਜਨਮ ਲਿਆ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਸਾਰਾ ਤਮਾਸ਼ਾ ਰਚਨਾ ਕਿਹਦਾ ਕੀਤਾ ਹੋਇਆ? ਸਕਲ ਕਾਲ ਕਾ, ਸਾਰਾ ਤਮਾਸ਼ਾ, सकल तमाशा किया काल का, काल की ने वाहिगुरु का किया हुआ तमाशा है सारा है, आज जितना संसार है। जवन काल जोगी शिव कीयो, जिस परमात्मा ने वाहिगुरु ने शिव जी नू जोगी कीता। वेद राज ब्रह्मा जू थीयो, जिस अकाल पुरख तो ब्रह्मा ने वेदां दा भेद प्राप्त किया। ब्रह्मा नू वेदां दा ज्ञान कित्थों होया? वेदां दा भेद कित्थों मिलिया? अकाल पुरख तो। ਪਹਿਲਾਂ 4 ਮਹਾਵਾਕ ਉਚਾਰਨ ਕੀਤੇ, ਫਿਰ ਉਹਨਾਂ 4 ਮਹਾਵਾਕਾਂ ਤੋਂ 4 ਵੇਦਾਂ ਦੀ ਰਚਨਾ ਹੋਈ। ਇਸ ਤਰ੍ਹਾਂ ਇੱਥੇ ਵੀ ਵੇਦ ਰਾਜ ਬ੍ਰਹਮਾ ਜੂ ਅੱਖਰ ਆਇਆ, ਮਹਾਰਾਜ ਨੇ ਜੀ ਦੀ ਥਾਂ ਜੂ ਨੂੰ ਵਰਤਿਆ। ਬ੍ਰਹਮਾ ਨੂੰ ਇਹ ਸਾਰਾ ਪ੍ਰਕਾਸ਼ ਪਰਮਾਤਮਾ ਨੇ ਕੀਤਾ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਅਕਾਲ ਪੁਰਖ ਨੇ ਸਾਰਾ ਸੰਸਾਰ ਸਵਾਰਨਾ ਕੀਤਾ ਹੈ, ਸਾਜਣਾ ਕੀਤਾ ਹੈ। ਨਮਸਕਾਰ ਹੈ ਤਾਹੇ ਹਮਾਰਾ, ਉਸ ਅਕਾਲ ਪੁਰਖ ਨੂੰ ਮੈਂ ਨਮਸਕਾਰ ਕਰਦਾ, ਮੱਥਾ ਟੇਕਦਾ ਬਾਰ-ਬਾਰ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਜਵਨ ਕਾਲ ਸਭ ਜਗਤ ਬਨਾਇਓ, ਜਿਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ। ਦੇਵ ਦੈਂਤ ਜਛਨ ਉਪਜਾਇਓ, ਦੇਵਤੇ ਦੈਂਤ ਅਤੇ ਜਿਹੜੇ ਯਕਸ਼ ਹੁੰਦੇ ਨੇ, ਯਕਸ਼ ਕਹਿੰਦੇ ਜਿਹਨੂੰ, ਉਹ ਪੈਦਾ ਕੀਤੇ। ਕੁਬੇਰ ਦੇ ਯਕਸ਼, ਇਹ ਸਾਰੇ ਜਿਸ ਨੇ ਬਣਾਏ ਨੇ। ਆਦ ਅੰਤ ਏਕੈ ਅਵਤਾਰਾ, ਆਦ ਤੋਂ ਲੈ ਕੇ ਅੰਤ ਤੱਕ ਜਿਸ ਪਰਮਾਤਮਾ ਦਾ ਇੱਕੋ ਹੀ ਅਵਤਾਰ ਹੈ। ਨਾ ਉਹ ਜੰਮਦਾ ਨਾ ਮਰਦਾ, ਇਹ ਪਿੱਛੇ ਜਾਪ ਸਾਹਿਬ ਦੇ ਵਿੱਚ ਵੀ ਅਰਥ ਹੋ ਚੁੱਕੇ ਨੇ। ਉਸ ਪਰਮਾਤਮਾ ਦਾ ਕੋਈ ਜੰਮਣਾ ਮਰਨਾ ਨਹੀਂ ਹੈ, ਉਹ ਸਦਾ ਹੀ ਰਹਿਣ ਵਾਲਾ ਹੈ। ਸੋਏ ਗੁਰੂ ਸਮਝਿਓ ਹਮਾਰਾ, ਉਸੇ ਅਕਾਲ ਪੁਰਖ ਨੂੰ ਹੀ ਸਾਡਾ ਗੁਰੂ ਸਮਝੋ। ਹੋਰ ਬਥੇਰੇ ਨੇ ਸੰਸਾਰ ਦੇ ਵਿੱਚ, ਪਰ ਉਹ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਤੁਸੀਂ ਮੰਨਦੇ? ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਭਾਈ ਉਹੀ ਅਕਾਲ ਪੁਰਖ ਨੇ 9 ਸਰੂਪ ਧਾਰੇ ਨੇ ਪਹਿਲਾਂ, ਮੈਂ ਉਹਨਾਂ ਨੂੰ ਤਾਂ ਕਹਿ ਰਿਹਾ ਕਿ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਵਾਹਿਗੁਰੂ ਨੇ ਤਾਂ ਸਰੂਪ ਧਾਰਨ ਕੀਤੇ ਨੇ, ਉਹੀ ਉਸੇ ਨੂੰ ਤਾਂ ਮੈਂ ਕਹਿ ਰਿਹਾ, ਉਸ ਅਕਾਲ ਪੁਰਖ ਦੇ ਤਾਈਂ। ਨਮਸਕਾਰ ਤਿਸਹੀ ਕੋ ਹਮਾਰੇ, ਮੇਰੀ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ, ਮੈਂ ਮੱਥਾ ਟੇਕਦਾ ਵਾਹਿਗੁਰੂ ਨੂੰ। ਸਕਲ ਪ੍ਰਜਾ ਜਿਨੇ ਆਪ ਸਵਾਰੇ, ਸਾਰੀ ਦੁਨੀਆ ਦੀ ਰਚਨਾ ਜਿਸ ਨੇ ਆਪ ਪੈਦਾ ਕੀਤੀ ਹੈ। ਉਹ ਰਾਜਾ ਹੈ, ਸੰਸਾਰ ਪ੍ਰਜਾ ਹੈ।
ਸੇਵਕਨ ਕੋ ਸਭ ਗੁਣ ਸੁਖ ਦੇਇਓ। ਜਿਸ ਪ੍ਰਮਾਤਮਾ ਨੇ ਸੇਵਕਾਂ ਨੂੰ 100 ਗੁਣਾ ਸੁਖ ਦਿੱਤੇ ਨੇ, ਇਹਦਾ ਪਾਠ ਅੰਤਰ ਕੀ ਹੈ? ਸੇਵਕਨ ਕੋ ਸ਼ਿਵ ਗੁਣ ਸੁਖ ਦਿਓ, ਆਮ ਗੁਟਕਿਆਂ 'ਚ ਪਾਠ ਆਉਂਦਾ। ਪਰ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਔਰ ਸੰਤ ਗਿਆਨੀ ਨਰੈਣ ਸਿੰਘ ਜੀ ਮੁਜੰਗਾ ਵਾਲੇ, ਇਹ ਮਹਾਂਪੁਰਸ਼ਾਂ ਨੇ ਬਹੁਤ ਪੁਰਾਣੀ ਇੱਕ 10ਵੇਂ ਪਾਤਸ਼ਾਹ ਦੇ ਸਮੇਂ ਦੀ ਪੋਥੀ ਦੇ ਦਰਸ਼ਨ ਕੀਤੇ ਸੀ। ਤੋ ਉਹਦੇ ਵਿੱਚ ਇਹ ਪਾਠ ਸੀ, ਸਿਵਕੁਨ ਕੋ ਸਵਗੁਣ। ਸਵਗੁਣ ਦਾ ਅਰਥ ਹੈ 100 ਗੁਣਾ, 100 ਗੁਣਾ ਸੁਖ ਦਿੱਤਾ। ਜੇ ਪਾਠ ਕਰੀਏ ਸਿਵਕੁਨ ਕੋ ਸਿਵਗੁਣ ਸੁਖ ਦਿਓ, ਸਿਵਗੁਣ ਕੀ ਹੋਇਆ? ਸਿਵਗੁਣ ਬਣਦਾ ਨਹੀਂ ਕੁਛ। ਇਸ ਕਰਕੇ ਸਿਵਕੁਨ ਕੋ ਸਵਗੁਣ ਸੁਖ ਦਿਓ, 100 ਗੁਣਾ ਸੇਵਕਾਂ ਨੂੰ ਸੁਖ ਦਿੱਤੇ ਨੇ। ਜੇ ਸਿਵਗੁਣ ਹੀ ਪੱਕਿਆ ਹੋਇਆ ਤਾਂ ਫਿਰ ਸਿਵਗੁਣ ਜਿਨ੍ਹਾਂ ਦੀ ਜਿੱਥੇ ਕਿ ਟਿਕੀ ਹੋਈ ਬਿਰਤੀ ਉੱਥੇ ਟਿਕਾਈ ਰੱਖੋ, ਪਰ ਇਹ ਅਰਥ ਯਾਦ ਰੱਖਣਾ ਹੈ। 100 ਗੁਣਾ ਸੇਵਕਾਂ ਨੂੰ ਸੁਖ ਦਿੰਦੇ। ਸ਼ੁੱਧ ਪਾਠ ਸਵਗੁਣ ਹੀ ਹੈ। ਸਤਨ ਕੋ ਪਲਮੋਂ ਬਧ ਕੀਓ, ਅਤੇ ਵੈਰੀਆਂ ਨੂੰ ਇੱਕ ਪਲ ਦੇ ਵਿੱਚ ਹੀ ਤੁਸੀਂ ਮਾਰ ਦਿੱਤਾ। ਸਾਰਿਆਂ ਨੂੰ ਕਿਰਪਾ ਕੀਤੀ ਆਪ ਜੀ ਨੇ, ਜਿਤਨੇ ਵੈਰੀ ਸੀ ਸਾਰਿਆਂ ਦੀ ਸਮਾਪਤੀ ਕਰ ਦਿੱਤੀ। ਜਿਹਨੇ ਆਨੰਦਪੁਰ ਸਾਹਿਬ ਚੜ੍ਹ ਕੇ ਆਏ, ਘਟ ਘਟ ਕੇ ਅੰਤਰ ਕੀ ਜਾਣਤ, ਜੋ ਸਾਰਿਆਂ ਹਿਰਦਿਆਂ ਦੀ ਜਾਣਨ ਵਾਲਾ ਹੈ, ਜਿਹਦੇ ਦਿਲ 'ਚ ਜੋ ਹੈ ਸਭ ਜਾਣ ਲੈਂਦੇ ਨੇ। ਭਲੇ ਬੁਰੇ ਕੀ ਪੀਰ ਪਛਾਨਤ, ਸਾਰੇ ਜਿੰਨੇ ਨੇ ਭਲਾਈ ਕਰਨ ਵਾਲੇ ਬੁਰਾਈਆਂ ਕਰਨ ਵਾਲੇ, ਉਹਨਾਂ ਦੀ ਪੀੜਾ ਕੀ ਆ? ਅੰਤਰੀਵ ਦਸ਼ਾ ਹੁੰਦੀ, ਅੰਦਰੋਂ ਪੀੜਾ ਹੋਣੀ। ਉਹ ਦੱਸਦੇ ਨਹੀਂ ਕਿਸੇ ਨੂੰ, ਪਰ ਮਹਾਰਾਜ ਜਾਣਦੇ ਨੇ ਕਿ ਇਹਦੇ ਅੰਦਰ ਆ ਪੀੜਾ ਛੁਪੀ ਹੋਈ ਹੈ, ਸਭ ਜਾਣਦੇ ਨੇ। ਚੀਟੀ ਤੇ ਕੁੰਚਰਿਆ ਸਥੂਲਾ, ਇਹ ਪ੍ਰਭੂ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਸਾਰੇ ਛੋਟੇ ਵੱਡੇ ਜੀਵਾਂ ਤੇ ਆਪ ਦਇਆ ਕਰਨ ਵਾਲੇ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਦਇਆ ਕਰਕੇ ਫਿਰ ਸਭ ਨੂੰ ਪ੍ਰਫੁੱਲਤ ਕਰਦੇ ਹੋ, ਸਭ ਦੀ ਪਾਲਣਾ ਕਰਦੇ ਹੋ। ਸੰਤਨ ਦੁੱਖ ਪਾਏ ਤੇ ਦੁਖੀ, ਉਹ ਵਾਹਿਗੁਰੂ ਸੰਤਾਂ ਨੂੰ ਦੁਖੀ ਦੇਖ ਕੇ ਆਪ ਫਿਰ ਦੁਖੀ ਹੋ ਜਾਂਦਾ। ਜਦੋਂ ਦੇਖ ਲਵੇ ਹੁਣ ਸੰਤ ਮਹਾਤਮਾ ਜੱਗ 'ਚ ਦੁਖੀ ਨੇ, ਤਾਂ ਫਿਰ ਉਹ ਵੀ, ਉਹਦਾ ਮਨ ਵੀ ਤੜਫਦਾ ਹੈ ਕਿ ਇਹ ਮੇਰੇ ਪਿਆਰੇ ਦੁਖੀ ਨੇ ਸੰਸਾਰ ਵਿੱਚ, ਮੈਂ ਇਹਨਾਂ ਦੀ ਰੱਖਿਆ ਕਰਾਂ। ਸੁਖ ਪਾਏ ਸਾਧਨ ਕੇ ਸੁਖੀ, ਤੇ ਸੰਤਾਂ ਨੂੰ ਸੁਖ ਨਾਲ ਵਿਚਰਦਾ ਦੇਖ ਕੇ ਪ੍ਰਸੰਨ ਹੁੰਦਾ ਹੈ। ਜੇ ਕੋਈ ਮਹਾਤਮਾ ਨੂੰ ਦੁੱਖ ਦੇਵੇ ਫਿਰ ਪ੍ਰਮਾਤਮਾ ਉਹਨੂੰ ਛੱਡਦਾ ਨਹੀਂ ਕਿ ਮੇਰੇ ਪਿਆਰੇ ਨੂੰ ਇਹਨੇ ਦੁੱਖ ਦਿੱਤਾ। ਜੇ ਕੋਈ ਮਹਾਤਮਾ ਨੂੰ ਪ੍ਰਸੰਨ ਕਰ ਦੇਵੇ, ਖੁਸ਼ ਕਰ ਲਵੇ, ਕਿਆ ਮਹਾਤਮਾ ਦੀ ਪ੍ਰਸੰਨਤਾ 'ਚ ਕੀ ਹੁੰਦਾ ਹੈ? ਚੌਥੇ ਪਾਤਸ਼ਾਹ ਨੇ ਬਚਨ ਸੁਣਾਇਆ ਸੰਗਤਾਂ ਨੂੰ। ਸੋ ਕਹਿਣ ਲੱਗੇ, ਜਿਸ ਪ੍ਰਕਾਰ ਕਿਸੇ ਦੇ ਘਰੇ ਬਹੁਤ ਸਾਰੇ ਪੰਛੀ ਆਉਂਦੇ, ਉਹ ਦਾਣੇ ਪਾਉਂਦਾ। ਇੱਕ ਦਿਨ ਅਚਾਨਕ ਉੱਥੇ ਹੰਸ ਆ ਗਏ 2, ਉਹਨੇ ਬੜੇ ਦਾਣੇ ਪਾਏ, ਉਹ ਦਾਣੇ ਖਾਣ ਨਾ। ਕਿਸੇ ਬੰਦੇ ਨੂੰ ਲਿਆ ਕੇ ਦਿਖਾਏ ਵੀ ਇਹ ਜਾਨਵਰ ਕੀ ਖਾਣਗੇ? ਉਹ ਕਹਿੰਦਾ ਇਹ ਹੰਸ ਨੇ ਮੋਤੀ ਖਾਣਗੇ ਔਰ ਦੁੱਧ ਪੀਣਗੇ। ਉਹਨੇ ਦੁੱਧ ਰੱਖਿਆ, ਮੋਤੀ ਰੱਖੇ ਸੁੱਚੇ, ਹੰਸਾਂ ਨੇ ਖਾਧੇ। ਜਾਂਦਿਆਂ ਜਾਂਦਿਆਂ 2 ਲਾਲ ਉਗਲ ਗਏ। ਜਦੋਂ ਲਾਲ ਵੇਚਣ ਗਿਆ ਤਾਂ ਬੜੇ ਬੇਕੀਮਤੇ ਵਿਕੇ ਉਹ। ਇੱਕ ਦਿਨ ਉਹ ਹੰਸਾਂ ਦੀ ਡਾਰ ਲੈ ਕੇ ਆ ਕੇ 100 ਹੰਸ ਆ ਗਏ। 100 ਦੇ 100 ਹੰਸਾਂ ਨੂੰ ਉਹਨੇ ਸੁੱਚੇ ਮੋਤੀ ਅਤੇ ਦੁੱਧ ਛਕਾਇਆ। ਜਾਂਦਿਆਂ ਜਾਂਦਿਆਂ ਇੱਕ ਇੱਕ ਲਾਲ ਸਾਰੇ ਦੇ ਗਏ। ਉਹ ਰਾਜਾ ਮਹਾਰਾਜਾ ਬਣ ਗਿਆ, ਇੰਨਾ ਅਮੀਰ ਹੋ ਗਿਆ। ਚੌਥੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਇਹ ਹੈ, ਕੋਈ ਸੰਤ ਮਹਾਤਮਾ, ਕੋਈ ਨਾਮ ਜਪਣ ਵਾਲਾ ਗੁਰਸਿੱਖ ਪ੍ਰੇਮੀ ਹੋਵੇ, ਜਦੋਂ ਉਹਨੂੰ ਅਸੀਂ ਪ੍ਰਸ਼ਾਦਾ ਛਕਾਉਂਦੇ, ਕੀ ਜਿਵੇਂ ਉਹਨੂੰ ਦੁੱਧ ਤੇ ਮੋਤੀ ਛਕਾਏ ਸੀ ਹੰਸਾਂ ਨੂੰ, ਪ੍ਰਸ਼ਾਦਾ ਛਕਾਇਆ, ਕੋਈ ਬਸਤਰ ਦੇ ਦਿੱਤਾ, ਕੋਈ ਸੇਵਾ ਕਰ ਦਿੱਤੀ, ਬਸ ਉਹ ਜਾਂਦਾ ਜਾਂਦਾ ਜੇ ਇੰਨੀ ਗੱਲ ਵੀ ਕਹਿ ਜਾਵੇ, ਭਾਈ ਸੁਖੀ ਰਹੋ, ਬਸ ਉਹ ਫਿਰ ਉਸ ਟੱਬਰ 'ਚ ਕਦੇ ਦੁੱਖ ਆਇਆ ਹੀ ਨਹੀਂ, ਉੱਥੇ ਸੁਖੀ ਸੁਖੀ ਹੋ ਗਏ। ਫਿਰ ਜਾਂਦਾ ਜਾਂਦਾ ਕੋਈ ਕਹਿ ਗਿਆ, ਮਹਾਰਾਜ ਸਾਡੇ ਤਾਂ ਔਲਾਦ ਨਹੀਂ ਹੈ, ਚੰਗਾ ਬਈ ਔਲਾਦ ਹੋਵੇਗੀ। ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸਾਖੀ ਆਉਂਦੀ ਹੈ, ਰਮਤੇ ਮਹਾਤਮਾ ਆ ਗਏ, ਉਦਾਸ ਦੇਖ ਕੇ ਕਹਿਣ ਲੱਗੇ, ਕੀ ਗੱਲ ਦੋਵੇਂ ਜਾਣੇ ਸੇਵਾ ਤਾਂ ਕਰ ਰਹੇ ਹੋ ਭਾਈ, ਪਰ ਉਦਾਸ ਜਿਉਂ? ਕਹਿੰਦੇ ਮਹਾਰਾਜ ਘਰ ਦੇ ਵਿੱਚ ਕੋਈ ਪੁੱਤਰ ਹੀ ਨਹੀਂ ਹੈ, ਉਦਾਸ ਤਾਂ ਆਪੇ ਹੋਣਾ। ਕਹਿੰਦੇ ਕੋਈ ਨਹੀਂ, ਇੱਕ ਸੀ ਛਾਂ ਪੁੱਤਰ ਤਾਂ ਬਥੇਰੇ ਹੋ ਜਾਣਗੇ ਤੁਹਾਡੇ ਘਰੇ। ਜਾਂਦੇ ਜਾਂਦੇ ਕਹਿ ਗਏ, ਮਹਾਤਮਾ ਰਮਤੇ ਸੀ ਤੁਰੇ ਜਾਂਦੇ ਆ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਦੇ ਜਿਹੜੇ ਲਾਲ ਨੇ, ਪਿਆਰੇ ਨੇ, ਉਹਨਾਂ ਦੀ ਕਿਰਪਾ ਜਦੋਂ ਉਹ ਖੁਸ਼ ਨੇ ਤਾਂ ਵਾਹਿਗੁਰੂ ਵੀ ਖੁਸ਼ ਹੈ। ਏਕ ਏਕ ਹੀ ਪੀਰ ਪਛਾਨੈ, ਇੱਕ ਇੱਕ ਦੇ ਜੀਵ ਦੇ ਮਨ ਦੀ ਪੀੜਾ ਨੂੰ ਪਹਿਚਾਣ ਲੈਂਦਾ, ਇਹਦੇ ਅੰਦਰ ਕੀ ਪੀੜਾ ਹੈ, ਇਹਦੇ ਅੰਦਰ ਕੀ ਪੀੜਾ ਹੈ, ਜਾਣਦਾ ਸਭ ਦੀਆਂ ਹੈ। ਘਟ ਘਟ ਕੇ ਪਟ ਪਟ ਕੀ ਜਾਣੈ, ਅਤੇ ਉਹ ਵਾਹਿਗੁਰੂ ਸਾਰਿਆਂ ਦੇ ਹਿਰਦੇ ਦੇ ਪਰਦਿਆਂ ਦੇ ਅੰਦਰਲੇ ਪਰਦਿਆਂ ਦੀ ਗੱਲ ਨੂੰ ਵੀ ਜਾਣਦਾ ਹੈ। ਘਟ ਘਟ ਕੇ ਹਿਰਦਿਆਂ ਦੇ ਪਟ ਪਟ ਕੀ ਜਾਣੈ, ਪਟ ਤੋਂ ਭਾਵ ਪਹਿਲਾ ਪੜਦਾ, ਅੱਗੇ ਫੇਰ ਪਟ, ਅੱਗੇ ਫੇਰ ਦੂਜਾ ਪੜਦਾ, ਹਿਰਦਿਆਂ ਦੇ ਅੰਦਰ ਜਿਹੜਾ ਪੜਦਾ, ਪਰਦੇ ਦੇ ਅੰਦਰ ਫੇਰ ਪੜਦਾ ਹੈ। ਕਈ ਗੱਲਾਂ ਐਸੀਆਂ ਜਿਹੜੀਆਂ ਕੇਵਲ ਆਪਣੇ ਇੱਕ ਸਰੀਰ ਦੇ ਅੰਦਰ ਹੀ ਨੇ, ਦੂਜੇ ਤੱਕ ਨੂੰ ਵੀ ਨਹੀਂ ਪਤਾ, ਇਸਤਰੀ ਨੂੰ ਨਹੀਂ ਪਤਾ, ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ, ਕਿਸੇ ਮਿੱਤਰ ਨੂੰ ਵੀ ਸਾਡੀ ਉਸ ਪੀੜਾ ਦਾ ਪਤਾ ਨਹੀਂ, ਪਰ ਵਾਹਿਗੁਰੂ ਨੂੰ ਪਤਾ ਹੈ। ਵਾਹਿਗੁਰੂ ਜਾਣਦੇ ਨੇ ਕਿ ਇਹਦੇ ਅੰਦਰ ਕੀ ਪੀੜਾ ਹੈ।
ਜਬ ਉਦ ਕਰਖ ਕਰਾ ਕਰਤਾਰਾ, ਜਦੋਂ ਉਦ ਕਰਖ ਕੀਤਾ ਭਾਵ ਬਾਹਰ ਨੂੰ ਸਵਾਸ ਖਿੱਚਣਾ, ਬਾਹਰ ਨੂੰ ਕੱਢਣਾ। ਜਦੋਂ ਤੂੰ ਆਪਣੇ ਸਵਾਸ ਬਾਹਰ ਨੂੰ ਖਿੱਚਦਾ ਹੈ ਭਾਵ ਸੰਕਲਪ ਕਰਦਾ ਹੈ ਕਿ ਮੈਂ ਇੱਕ ਤੋਂ ਬਹੁਤ ਰੂਪ ਹੋ ਜਾਵਾਂ, ਪਰਜਾ ਧਰਤ ਤਬ ਦੇਹ ਅਪਾਰਾ, ਤਾਂ ਉਸ ਵੇਲੇ ਅਣਗਿਣਤ ਦੇਹਾਂ ਸਾਰੀ ਪਰਜਾ ਤੇ ਆ ਕੇ ਧਰਤੀ ਦੇ ਉੱਤੇ ਆ ਕੇ ਅਣਗਿਣਤ ਹੀ ਦੇਹਾਂ 84 ਲੱਖ ਜੂਨ ਚਾਰੇ ਪਾਸੇ ਫੈਲ ਜਾਂਦੀ ਤੁਹਾਡੇ ਇੱਕ ਸੰਕਲਪ ਨਾਲ। ਜਬ ਆ ਕਰਖ ਕਰਤ ਹੋ ਕਬਹੂ, ਜਦੋਂ ਅੰਦਰ ਨੂੰ ਖਿੱਚਦੇ ਹੋ ਸਵਾਸ, ਜਦੋਂ ਤੁਸੀਂ ਅੰਦਰ ਨੂੰ ਸਵਾਸ ਖਿੱਚਦੇ ਹੋ ਸੰਕਲਪ ਕਰਦੇ ਹੋ ਕਿ ਮੈਂ ਹੁਣ ਇੱਕ ਹੀ ਹੋ ਜਾਵਾਂ ਦੁਬਾਰਾ। ਬਥੇਰਾ ਤਮਾਸ਼ਾ ਦੇਖ ਲਿਆ, ਇਹਨਾਂ ਲੋਕਾਂ ਨੂੰ ਬਥੇਰਾ ਦੇਖ ਲਿਆ, ਇਹ ਨਹੀਂ ਠੀਕ ਆਉਂਦੇ, ਫਿਰ ਇੱਕ ਹੋ ਜਾਓ, ਫਿਰ ਉਸ ਵਕਤ ਇੱਕ ਵੀ ਹੋ ਜਾਂਦੇ ਹੋ। ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਤਾਂ ਸਾਰੀਆਂ ਦੇਹਾਂ ਫਿਰ ਤੁਹਾਡੇ ਵਿੱਚ ਦੁਬਾਰਾ ਮਿਲ ਜਾਂਦੀਆਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰ ਹੈ, ਸਾਰੀ ਸ੍ਰਿਸ਼ਟੀ ਨੇ ਜਿਤਨੇ ਵੀ ਮੂੰਹ ਸਰੀਰ ਧਾਰਨ ਕੀਤੇ ਹੋਏ ਨੇ ਆਪ ਆਪਣੀ ਬੂਝ ਉਚਾਰ ਹੈ। ਇਹ ਵਾਹਿਗੁਰੂ ਉਹ ਸਾਰੇ ਆਪੋ ਆਪਣੀ ਸਮਝ ਅਨੁਸਾਰ ਤੇਰੀ ਸਿਫਤ ਕਰਦੇ ਨੇ। ਕੋਈ ਕਿਸੇ ਤਰ੍ਹਾਂ ਦੀ ਸਿਫਤ ਕਰੀ ਜਾਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕਰੀ ਜਾਂਦਾ ਹੈ, ਆਪੋ ਆਪਣੀ ਬੁੱਧੀ ਦੇ ਮੁਤਾਬਕ ਹੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਪਰ ਆਪ ਜੀ ਸਾਰੀ ਰਚਨਾ ਤੋਂ ਨਿਰਲੇਪ ਰਹਿੰਦੇ ਹੋ, ਪਾਸੇ ਹੋ। ਜਾਣਤ ਵੇਦ ਭੇਦ ਯਾਰ ਆਲਮ, ਗੁੱਝੇ ਰਾਜ ਨੂੰ ਗੁੱਝੇ ਭੇਦ ਨੂੰ ਵੇਦ ਅਤੇ ਆਲਮ ਵਿਦਵਾਨ ਪੁਰਖੀ ਜਾਣਦੇ ਨੇ ਕਿ ਕੀ ਆਪ ਜਾਣਦੇ ਹੋ। ਇਸ ਦੇ ਤਾਂ ਹੀ ਇਸ ਗੁੱਝੇ ਭੇਦ ਨੂੰ ਕੋਈ ਜਿਹੜੇ ਪੁਰਸ਼ ਨੇ ਨਾ ਪਹੁੰਚੇ ਹੋਏ ਬ੍ਰਹਮ ਗਿਆਨੀ, ਉਹਨਾਂ ਨੂੰ ਹੀ ਆਪ ਜਣਾਉਂਦੇ ਹੋ। ਹੋਰ ਕੋਈ ਇਸ ਆਲਮ ਨੂੰ ਜਾਂ ਸੰਸਾਰ ਦੇ ਤਾਂ ਸਮਝ ਨਹੀਂ ਸਕਿਆ ਕਿ ਕੀ ਭੇਦ ਹੈ, ਕਿਵੇਂ ਬਣਿਆ। ਬ੍ਰਹਮ ਗਿਆਨੀ ਜੇ ਜਾਣਦੇ ਨੇ ਤਾਂ ਉਹ ਦੱਸਦੇ ਨਹੀਂ, ਕਿਉਂਕਿ ਉਹਨਾਂ ਨੇ ਆਪਣੇ ਅੰਦਰ ਸਾਰਾ ਕੁਝ ਰੱਖਣਾ ਹੈ। ਉਹਨਾਂ ਨੇ ਪਰਮੇਸ਼ਰ ਦੇ ਸਾਰੇ ਭੇਦ ਕਿਸੇ ਨੂੰ ਦੱਸਣਾ ਹੀ ਨਹੀਂ ਹੈ। ਨਿਰੰਕਾਰ, ਨਿਰਵਿਕਾਰ, ਨਿਰਲੰਭ। ਨਿਰੰਕਾਰ ਦਾ ਮਤਲਬ ਹੁੰਦਾ ਹੈ ਨਿਰਾਕਾਰ, ਜਿਹਦਾ ਕੋਈ ਆਕਾਰ ਹੀ ਨਹੀਂ ਹੈ। ਨਿਰਵਿਕਾਰ ਕੌਣ ਹੈ? ਵਿਕਾਰਾਂ ਤੋਂ ਰਹਿਤ। ਨਿਰਲੰਭ, ਨਿਰ ਆਲੰਭ, ਆਲੰਭ ਨਾਮ ਆਸਰੇ ਦਾ ਹੈ। ਵਾਹਿਗੁਰੂ ਆਸਰੇ ਤੋਂ ਵੀ ਰਹਿਤ ਹੈ। ਆਦ, ਅਨੀਲ, ਅਨਾਦ, ਅਸੰਭ। ਤੇ ਵਾਹਿਗੁਰੂ ਆਦ ਹੈ ਜੋ ਮੁੱਢ ਤੋਂ ਹੀ, ਪਤਾ ਨਹੀਂ ਕਦੋਂ ਕਦਾ, ਇਹ ਤਾਂ ਕਿਸੇ ਨੂੰ ਪਤਾ ਨਹੀਂ। ਆਦ ਰੂਪ ਹੈ ਸਾਰਿਆਂ ਦੀ। ਅਨੀਲ ਜੋ ਗਿਣਤੀ ਤੋਂ ਰਹਿਤ ਹੈ, ਜਿੱਥੇ ਕੋਈ ਗਿਣਤੀ ਨਹੀਂ ਹੈ। ਅਨਾਦ ਜਿਹਦਾ ਕੋਈ ਮੁੱਢ ਵੀ ਨਹੀਂ, ਇਹ ਵੀ ਨਹੀਂ ਪਤਾ ਉਹਦਾ ਮੁੱਢ ਕਦੋਂ ਹੈ, ਕਿਵੇਂ ਹੈ। ਅਸੰਭ। ਅਤੇ ਅਸੰਭ ਕੀ ਹੁੰਦਾ ਹੈ? ਜਿਵੇਂ ਜਾਪ ਸਾਹਿਬ 'ਚ ਵੀ ਆਇਆ ਸੀ ਅਸੰਭ, ਆੜਾ ਮੁਕਤਾ ਪਾਸੇ ਕਰਦੇ ਤਾਂ ਸੰਭ ਨਾਮ ਜਨਮ ਦਾ ਹੈ। ਤੇ ਤੁਸੀਂ ਜਨਮ ਤੋਂ ਵੀ ਰਹਿਤ ਹੋ, ਤੁਹਾਡਾ ਕੋਈ ਜਨਮ ਨਹੀਂ ਹੈ। ਕਦੋਂ ਜਨਮ ਹੋਇਆ? ਤਾ ਕਾ ਮੂੜ ਉਚਾਰਤ ਭੇਦਾ। ਸੋ ਇਹ ਜਿਹੜੇ ਮੂਰਖ ਲੋਕ ਨੇ, ਇਹ ਵਾਹਿਗੁਰੂ ਤੇਰਾ ਭੇਦ ਉਚਾਰਨ ਦਾ ਯਤਨ ਕਰਦੇ ਨੇ। ਬੜੇ ਲੋਕ ਮੈਂ ਦੱਸ ਸਕਦਾ, ਮੈਂ ਕਰ ਸਕਦਾ, ਪਰ ਤੁਹਾਡਾ ਭੇਦ ਕੋਈ ਪਾ ਨਹੀਂ ਸਕਿਆ। ਜਾ ਕੋ ਭੇਵ ਨਾ ਪਾਵਤ ਬੇਦਾ, ਜਦ ਕਿ ਉਹਨਾਂ ਦਾ ਭੇਦ ਬੇਦਾਂ ਨੇ ਵੀ ਨਹੀਂ ਪਾਇਆ। ਨੇਤ ਨੇਤ ਕਥੰਤ ਬੇਦਾ, ਵੇਦ ਵੀ ਜਿਸ ਨੂੰ ਬੇਅੰਤ ਬੇਅੰਤ ਕਹਿ ਕੇ ਪੁਕਾਰਦੇ ਨੇ। ਤਾ ਕਉ ਕਰ ਪਾਹਨ ਅਨੁਮਾਨਤ, ਅੰਦਾਜ਼ਾ ਲਾਉਂਦੇ ਨੇ। ਅਨੁਮਾਨਤ, ਅੰਦਾਜ਼ਾ ਕੀ ਕਹਿੰਦੇ ਨੇ? ਤਾ ਕਉ ਕਰ ਪਾਹਨ, ਅਨੁਮਾਨ ਲਾਉਂਦੇ ਨੇ ਕਿ ਇਹ ਪਰਮੇਸ਼ਰ ਸ਼ਾਇਦ ਪੱਥਰ ਹੋਵੇਗਾ ਜਾਂ ਪੱਥਰ ਵਰਗਾ ਹੋਵੇਗਾ। ਪਾਹਨ ਨਾਮ ਪੱਥਰ ਦਾ ਹੈ ਕਿ ਤੈਨੂੰ ਮੂਰਖ ਲੋਕ ਜਿਹੜੇ ਨੇ ਉਹ ਪੱਥਰ ਸਮਝਦੇ ਨੇ। ਮਹਾ ਮੂੜ ਕਛ ਭੇਦ ਨਾ ਜਾਣਤ, ਮਹਾ ਮੂਰਖਾਂ ਨੇ ਸਾਰੇ ਲੋਕ, ਵਾਸਤਵ ਵਿੱਚ ਉਹ ਤੇਰਾ ਭੇਦ ਨਹੀਂ ਜਾਣ ਸਕੇ, ਤੂੰ ਕੌਣ ਹੈ। ਛੋਟਿਆਂ ਛੋਟਿਆਂ ਨੂੰ ਭਗਵਾਨ ਕਹੀ ਜਾਂਦੇ ਨੇ। ਮਹਾਦੇਵ ਕਉ ਕਹਿਤ ਸਦਾ ਸ਼ਿਵ, ਐਸੇ ਲੋਕ ਮਹਾਦੇਵ ਜੋ ਸ਼ਿਵ ਜੀ ਨੂੰ ਹੀ ਸਦਾ ਸ਼ਿਵ ਮੁਕਤੀ ਦੇਣ ਵਾਲਾ ਕਹਿੰਦੇ ਨੇ। ਇੱਕ ਤਾਂ ਹੈ ਸ਼ਿਵ, ਦੇਹ ਸ਼ਿਵਾ ਬਰ ਮੋਹੇ, ਇਹ ਹੈ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ। ਉਹ ਸ਼ਿਵ ਕਲਿਆਣ ਨੂੰ ਕਹਿੰਦੇ ਨੇ, ਕਲਿਆਣ ਸਰੂਪ ਪਰਮੇਸ਼ਰ ਨੂੰ। ਇੱਕ ਹੈ ਸ਼ਿਵ ਜੀ ਭੋਲੇਨਾਥ। ਇਸ ਕਰਕੇ ਇਹਦੇ ਦੋਨਾਂ ਨਾਵਾਂ ਵਿੱਚ ਵੀ ਇਹ ਫਰਕ ਹੈ। ਇੱਕ ਸ਼ਿਵ ਜੀ, ਇੱਕ ਹੋ ਗਿਆ ਸ਼ਿਵ, ਕਲਿਆਣ ਸਰੂਪ ਪਰਮੇਸ਼ਰ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਮਹਾਦੇਵ ਜੀ ਨੂੰ ਹੀ ਕਦੇ ਸਦਾ ਅਕਾਲ ਪੁਰਖ ਮੰਨੀ ਬੈਠੇ ਨੇ। ਨਿਰੰਕਾਰ ਕਾ ਚਿੰਤ ਨਹਿ ਭਿਵ, ਭਿਵ ਨਾਮ ਹੁੰਦਾ ਭੇਦ ਦਾ। ਨਿਰੰਕਾਰ ਪਰਮੇਸ਼ਰ ਦਾ ਭੇਦ ਜਾਣਦੇ ਹੀ ਨਹੀਂ ਕਿ ਪਰਮੇਸ਼ਰ ਕੌਣ ਹੈ। ਆ ਛੋਟਿਆਂ ਨੂੰ ਹੀ ਮੰਨੀ ਬੈਠੇ ਨੇ, ਇਹ ਭਗਵਾਨ, ਇਹ ਫਲਾਨਾ ਭਗਵਾਨ। ਉਹਨਾਂ ਸਾਰਿਆਂ ਨੇ ਭਗਵਾਨ ਮੰਨ ਲਿਆ ਲੋਕਾਂ ਨੇ। ਆਪ ਆਪਣੀ ਬੁੱਧ ਹੈ ਜੇਤੇ, ਆਪੋ ਆਪਣੀ ਜਿੰਨੇ ਜਿੰਨੇ ਕਿਸੇ ਦੀ ਬੁੱਧੀ ਹੈ, ਵਾਹਿਗੁਰੂ ਨੇ ਜਿੰਨੀ ਜਿੰਨੀ ਕਿਸੇ ਨੂੰ ਬਖਸ਼ਿਸ਼ ਕੀਤੀ ਹੈ। ਵਰਨਤ ਪਿੰਨ ਪਿੰਨ ਤੋਏ ਤੇ ਉਹ ਲੋਕ ਤੈਨੂੰ ਉਤਨੀ ਅਕਲ ਅਨੁਸਾਰ ਹੀ ਵੱਖਰੇ ਵੱਖਰੇ ਬੋਲਾਂ ਵਿੱਚ ਵਰਣਨ ਕਰੀ ਜਾਂਦੇ ਨੇ। ਪਰਮਾਤਮਾ ਐਸਾ ਹੋਵੇਗਾ, ਪਰਮਾਤਮਾ ਐਸਾ ਹੋਵੇਗਾ, ਆਪੋ ਆਪਣੀ ਬੁੱਧੀਆਂ ਦੇ ਮੁਤਾਬਕ ਬੋਲਦੇ ਨੇ। ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਪਰਮਾਤਮਾ ਤੇਰਾ ਜਿਹੜਾ ਸੰਸਾਰ ਹੈ ਰਚਿਆ ਹੋਇਆ, ਇਹਦਾ ਜਿਹੜਾ ਪਸਾਰਾ ਹੈ ਜਾਣਿਆ ਨਹੀਂ ਜਾਂਦਾ ਮਾਇਆ ਕਰਕੇ।
पता नहीं किड्डा क वड्डा है, अगे तो अगे पसारा ही पसारा है। कहे विद सजा प्रथम संसारा, प्रथम तो पहला, प्रथम तो भाव है पहला जो संसार नूं किस ढंग नाल तुसीं बनाया। सिद्धा ने भी यही पूछा किवें बनाया। महाराज कहने कीता पसाओ एको कवाओ, तिसते होए लख दरियाओ। परमेश्वर ने इको बचन नाल दुनिया बना दी। जिदन मिटनी होगी उदन भी एक बचन ही करेगा। ਉਹਦੇ एक बचन नाल दुनिया बन जाती है, एक नाल ही मिट जाती है। एक रूप अनूप स्वरूपा, ये वाहिगुरु तू इको रूप है। इको रूप विच भी की है, सुंदर स्वरूप है। इको रूप है, सुंदर स्वरूप है। एक है रूप अनूप स्वरूपा। रंग भयो राव कहीं भूपा, किते तू आप कंगाल बनया बैठा रंग भयो, किते राव राजा बनया बैठा है, किते भूपा वड्डा राजा बनया बैठा। छोटे रजवाड़े होंदे ने, एक वड्डे राजे। सारियां विच बैठा तू आप ही है। अंडज जेरज सेतज कीनी, अंडज जो आंडिया तो पैदा होने वाले जीव होंदे ने, जेरज जो झिल्ली आदक तो पैदा होंदे जेर तो, फिर सेतज पसीने ਜਾਂ ਭਾਪ पसीने तो पैदा होने वाले जीव, ਤੇ ਜਿਵੇਂ ਉੱਲੀ ਆਦਕ ਲੱਗ ਜਾਂਦੀ ਹੈ ਇਹ ਵੀ ਜੀਵ ਨੇ। ਉਸ ਤੋਂ ਬਾਅਦ ਆਉਂਦੇ ਨੇ ਉਤਪੁਜ ਖਾਨ ਬਹੁਰ ਰਚ ਦੀਨੀ। ਉਤਪੁਜ ਕੌਣ ਨੇ? ਜਿਵੇਂ ਬਨਸਪਤੀ ਹੈ, ਬੂਟੇ ਨੇ, ਅਬ੍ਰਿਛ ਨੇ, ਪਰਬਤ ਨੇ। हे ਵਾਹਿਗੁਰੂ ਤੂੰ ਅੰਡਜ ਜੇਰਜ ਸੇਤਜ ਆਦਿ ਚਾਰ ਖਾਣੀਆਂ ਦੀ ਰਚਨਾ ਕੀਤੀ ਹੈ। ਜਿਵੇਂ ਅੰਡਿਆਂ ਵਿੱਚੋਂ ਜੀਵ ਪੈਦਾ ਹੁੰਦੇ ਨੇ, ਇਸੇ ਤਰ੍ਹਾਂ ਹੀ ਹੋਰ ਸਾਰੀਆਂ ਚੀਜ਼ਾਂ ਚੋਂ ਜਿਵੇਂ ਪੈਦਾ ਹੁੰਦੇ ਨੇ ਜੇਰ ਆਦਿਕ ਤੋਂ ਫਿਰ ਮੁੜਕੇ ਤੋਂ ਹੋ ਗਏ, ਫਿਰ ਧਰਤੀ ਚੋਂ ਪੈਦਾ ਹੋ ਗਏ। ਇਹ ਵੀ ਸਭ ਤੁਹਾਡੀਆਂ ਬਣਾਈਆਂ ਹੋਈਆਂ ਰਚਨਾਵਾਂ ਨੇ। कहूँ फूल राजा हवै बैठा, हे करतार जी किते तुसी प्रसन्न चित्त हो के बड़े बड़े राजे बने बैठे हो। कहूँ सिमट भयो संकरे कैठा, किते तां तुसी कमल फूल दे उपर फुल सुशोभित हो के ब्रह्मा रूप हो के बैठे हो। कहूँ फूल राजा हवै बैठा, ਇਹਦਾ दूसरा अर्थ है किते तां राजे बन के बैठे हो। कहूँ फूल, फिर फुल का अर्थ लाया कमल का फुल, कमल के फुल के उत्ते तुसी बन के बैठे हो ब्रह्मा रूप। कहूँ सिमट भयो संकरे कैठा, ते किते तू संकोच करके रचना नूं समेट के इकट्ठा होया है। शिवजी रूप होया बैठा, कोई रचना ही नहीं। एक बार पार्वती कहन लगे महाराज तुसी तां बस बैल की सवारी करते हो, जिथे देखा दरख्त उहदे थल्ले आसन ला लैंदे हो, कोई अपना मकान भी होना चाहिए। शिवजी महाराज कहन लगे अपना मकान की लोड़ नहीं है, आपां ही चंगे हैं। नहीं जी जरूर आपां नूं मकान बनाउणा चाहिए। चलो ठीक है तुहाडी गल मान लैंदे आ। विश्वकर्मा नूं सद्दिया, बना बई। विश्वकर्मा पार्वती कहंदी मकान बनाउणा है। विश्वकर्मा कहण लगा महाराज किवें बनावां? कहने अगे अगे तुरिया जा, पिछे पिछे बनदा आऊगा। विश्वकर्मा अगे अगे तुरिया गया, सोने की कंध निकलण लग पई। दूजा तीजा, जो तीन कंधां कढ लियां पिछे मुड़ के देखिया, कहा सी भी पिछे ना देखी। जब देखिया तो खड़ गया काम। फिर धक्क के कहने तीन कंधां जोड़ दित्तियां आपस च, ये बन गई तकाउणी लंका। फिर कहती मैं प्रशादा भी छकाउणा जी। किस दे ताईं प्रशादा छकाउणा? कहते प्रशादा छकाउणा ब्राह्मण दे ताईं। कहते लोड़ नहीं है, बस ठीक है ऐं ही छका दे, समुंदर च प्रशादा पा दे, आपे मच्छियां खा लैण। नहीं मैं ब्राह्मणा नूं छकाउणा है प्रशादा। कहण लगे चंगा तेरी मर्जी है। ब्राह्मण भालदे आ रावण मिल गया। रावण लियांदा, बैठ गया बई छक लै। रज के प्रशादा छकिया। हाँ बई दक्षिणा। कहने महाराज थोड़ी लंका बड़ी वधिया ही दे दिओ। चल भी पार्वती चक अपना चिमटा चली आप अगे। तेन मैं कहा सी अपने कर्मां च नहीं है, आप तो बाहर ही ठीक है, कैलाश पर्वत ही चंगा अपने वास्ते। इस करके महाराज ने इत्थे बचन लिखिया कहूँ सिमट भयो संकरे कैठा। ये इकट्ठे होकर एक थां बैठना थोड़े जिहा पसारा, बहुता समान नहीं रखता अपने नाल। मैं डुग रख ली, एक बैल रख लिया नाल, सप्पां दी माला। शिवजी भोलेनाथ अपना तुरे फिरदे रहिंदे ने, विचरदे रहिंदे, किते गुप्त हो जाते किते प्रगट हो जाते हैं। पर दीन दुनिया की जिन्नियां दुखी है कोई उसकी मदद कर छड्डदे ने, पर करते तो कुछ नहीं, माड़ा नहीं किसी का करते, सबना का भला करते। इस तरह परमेश्वर ने तिन्ना देवतियों को बनाया। उन्होंने जिक्र करदे महाराज ने वचन किया सिगरी श्रेष्ठ दिखाए अचंभव। तो ये जितनी हैरान कर देने वाली सारी सृष्टि बना दी। देखो अपने आप को बना दिता, सारा संसार जितना पैदा कर दिता है। दोनों ही पाठ आते हैं, सिगरी भी आता, सगरी भी आता। सगरी का अर्थ भी सारे है, सिगरी का अर्थ भी सारे ही है। तो इस करके जिथे भी जिमें लिखा सिगरी भी ठीक है, सगरी भी ठीक है, दोवें ही पाठ मंजूर हो गए। तो सारी जितनी सृष्टि है बनाई हुई तुहाडी, कहते आद जुगाद स्वरूप स्वयंभव। जुगां तो शुरू तो ही अपने आप तो पैदा होया होया स्वरूप है वाहिगुरू। अपने आप तो आपे ही पैदा होया होया, दूसरा कोई वाहिगुरू नूं पैदा करने वाला नहीं। अब रक्षा मेरी तुम करो। हे महाराज जी हुण तुसी कृपा करो, दुष्टां तो मेरी आप रख्या करो। सिख उबार असिख संघरो,
ਮੇਰੇ ਸਿੱਖਾਂ ਨੂੰ ਤਾਂ ਬਚਾ ਲਓ ਅਤੇ ਉਹਨਾਂ ਦੇ ਵੈਰੀਆਂ ਨੂੰ ਨਾਸ਼ ਕਰ ਦਿਓ। ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤ ਕਰਨ ਵਾਲੇ, ਉਪਦਰ ਕਰਨ ਵਾਲੇ ਜਿਤਨੇ ਵੀ ਦੁਸ਼ਟ ਲੋਕ ਉਪਦਰ ਕਰ ਰਹੇ ਨੇ, ਇਹ ਜਿੰਨੇ ਉੱਠੇ ਨੇ, ਸਕਲ ਮਲੇਛ ਕਰੋ ਰਣ ਘਾਤਾ, ਉਹਨਾਂ ਸਾਰੇ ਵੈਰੀਆਂ ਪਾਪੀਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਦਿਓ। ਇਹ ਮਿਹਰ ਕਰ ਦਿਓ, ਜਦੋਂ ਅਸੀਂ ਜੰਗ ਕਰਨ ਜਾਈਏ ਸਾਰਿਆਂ ਦੀ ਸਮਾਪਤੀ ਤੁਸੀਂ ਕਰ ਦੇਣੀ ਹੈ। ਇਸ ਪ੍ਰਕਾਰ 20 ਪੌੜੀਆਂ ਤੱਕ ਆਪਾਂ ਚੌਪਈ ਸਾਹਿਬ ਦਾ ਪਾਠ ਸ਼ਰਵਣ ਕੀਤਾ। ਮਹਾਰਾਜ ਕੱਲ ਨੂੰ ਕਿਰਪਾ ਕਰਨਗੇ, ਅੱਗੇ ਫਿਰ ਜਿਵੇਂ ਬਖਸ਼ਿਸ਼ ਹੋਵੇਗੀ ਸ਼ਰਵਣ ਕਰਾਂਗੇ। ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਚੌਪਈ ਸਾਹਿਬ ਦਾ ਪਾਠ ਰੱਖਿਆ ਵਾਸਤੇ ਕੋਈ ਵਿਘਨ ਪਵੇ ਕਿਸੇ ਵੀ ਕਾਰਜ ਲਈ, ਅੱਗੇ ਚੱਲ ਕੇ ਹਲੇ ਘਰੇਲੂ ਕਾਰਜਾਂ ਲਈ ਵੀ ਬਚਨ ਕਰਨਗੇ। ਸੇਵਕ ਸਿੱਖ ਸਦਾ ਕਰਤਾਰਾ ਸੁਖੀ ਵਸੈ ਮੋਰ ਪਰਿਵਾਰਾ ਵੀ ਬਚਨ ਕੀਤਾ। ਘਰੇਲੂ ਲੋੜ ਪੈ ਜਾਵੇ ਹੋਰ ਕਿਤਨੇ ਹੀ ਵਾਰ ਅੱਗੇ ਜਾ ਕੇ ਬਖਸ਼ਿਸ਼ ਕਰਨਗੇ। ਕੱਲ ਨੂੰ ਸ਼ਰਵਣ ਕਰਾਂਗੇ तो जितना सुने ਹਿਰਦੇ 'ਚ ਵਸਾਈਏ, ਇਸ ਕਰਕੇ ਲੋਕ ਸੁਖੀ ਤੇ ਲੋਕ ਸੁਹੇਲੇ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ।